ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੂ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਮੱਗਰ ਮਾਹੇ ਸੁਹੰਦੀਆਂ, ਹਰ ਪਿਰ ਸੰਗ ਬੈਠੜੀਆਂ। ਤਿਨ ਕੀ ਸੋਭਾ ਕਿਆ ਗਣੀ, ਜੇ ਸਾਹਿਬ ਮੇਲੜੀਆ। ਤਨ ਮਨ ਮੌਲਿਆ ਰਾਮ ਸਿਉ, ਸੰਗ ਸਾਧ ਸਹੇਲੜੀਆਂ। ਸਾਧ ਜਨਾਂ ਤੇ ਬਾਹਰੀ, ਸੇ ਰਹਿਣ ਅਕੇਲੜੀਆਂ। ਤਿਨ ਦੁਖ ਨ ਕਬਹੂ ਉਤਰੈ, ਸੇ ਜਮ ਕੈ ਵਸ ਪੜੀਆਂ। ਜਿਨੀ ਰਾਵਿਆ ਪ੍ਰਭ ਆਪਣਾ, ਸੇ ਦਿਸਣ ਨਿਤ ਖੜੀਆਂ। ਰਤਨ ਜਵਹਿਰ ਲਾਲ ਹਰ, ਕੰਠ ਤਿਨਾ ਜੜੀਆਂ। ਨਾਨਕ ਬਾਂਛੈ ਧੂੜ ਤਿਨ, ਪ੍ਰਭ ਸਰਨੀ ਦਰ ਪੜੀਆਂ। ਮੱਗਰ ਪ੍ਰਭ ਆਰਾਧਨਾ, ਬੌੜ ਨਾ ਜਨਮੜੀਆਂ। ਡੰਡੌਤ ਬੰਧਨ ਅਨਕ ਵਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਹਾਜ਼ਰਾ ਹਜੂਰ, ਸਰਬ ਕਲਾ ਭਰਪੂਰ, ਚਵਰ ਤਖਤ ਦੇ ਮਾਲਕ, ਲੋਕ ਪਰਲੋਕ ਦੇ ਸਹਾਇਕ, ਸਰਬ ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿਨਾਂ ਦੀ ਪਾਵਨ ਪਵਿੱਤਰ ਗੋਦ ਅੰਦਰ ਸੱਜ ਬੈਠੀ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਸਵਾਰੀ ਸਾਧ ਸੰਗਤ ਜੀਓ। ਸੰਗਰਾਂਦ ਦੇ ਪਾਵਨ ਦਿਹਾੜੇ ਨੂੰ ਮਨਾਉਂਦੇ ਹੋਏ ਆਪਾਂ ਸਤਿਗੁਰਾਂ ਦੇ ਚਰਨ ਪਰਸੇ ਨੇ। ਆਓ ਆਪ ਜੀ ਨੇ ਗੁਰੂ ਦੀ ਗੋਦ ਵਿੱਚ ਬੈਠ ਕੇ ਸਤਿਕਾਰਯੋਗ ਵੀਰ ਜੀ ਪਾਸੋਂ ਕੀਰਤਨ ਸਰਵਣ ਕੀਤਾ ਹੈ। ਆਓ ਕੁਝ ਕੁ ਮਿੰਟ ਗੁਰ ਸ਼ਬਦ ਵਿਚਾਰ ਦੇ ਨਾਲ ਸਾਂਝ ਪਾਉਣ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਗੁਰ ਫਤਿਹ ਪ੍ਰਵਾਨ ਕਰਿਓ। ਕੋਈ ਵੀ ਰਸਨਾ ਗੁਰ ਫਤਿਹ ਤੋਂ ਵਾਂਝੀ ਨਾ ਰਵੇ। ਗੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਬਖਸ਼ਿਸ਼ ਦੀ ਨਿਸ਼ਾਨੀ ਹੈ ਕਿ ਆਪਣਾ ਤਕਰੀਬਨ ਸਾਰਾ ਦਿਨ ਗੁਰੂ ਦੀ ਸੰਗਤ ਕਰਦਿਆਂ ਬਤੀਤ ਹੁੰਦਾ ਹੈ। ਇਹ ਉਸ ਮਾਲਕ ਦੀ ਕਿਰਪਾ ਦੀ ਨਿਸ਼ਾਨੀ ਹੈ। ਜਿਹੜੇ ਕਈ ਵਾਰੀ ਨਾ ਸਿਆਣੇ ਬਜ਼ੁਰਗ ਇੱਕ ਗੱਲ ਕਰਦੇ ਹੁੰਦੇ ਸੀ, ਕਹਿੰਦਾ ਵਿਹਲਾ ਦਿਮਾਗ ਸ਼ੈਤਾਨ ਦਾ ਘਰ ਹੁੰਦਾ, ਇਹਨੂੰ ਕਿਸੇ ਨਾ ਕਿਸੇ ਪਾਸੇ ਲਾ ਛੱਡਣਾ ਚਾਹੀਦਾ ਏ। ਅਤੇ ਜੇ ਕਿਤੇ ਗੁਰੂ ਵਾਲੇ ਪਾਸੇ ਲੱਗ ਜਾਵੇ ਤਾਂ ਫਿਰ ਤਾਂ ਬਾ ਕਮਾਲ ਹੈ। ਅਤੇ ਆਪਾਂ ਭਾਗਾਂ ਵਾਲੇ ਹਾਂ। ਉਹ ਗੁਰਸਿੱਖ ਪਿਆਰੇ, ਮੈਂ ਸਾਰਿਆਂ ਦੀ ਨਹੀਂ ਗੱਲ ਕਰਦਾ, ਜਿਹੜੇ ਗੁਰੂ ਦੇ ਨਾਲ ਜੁੜੇ ਹੋਏ ਨੇ। ਸਵੇਰ ਤੋਂ 4 ਵਜੇ ਤੋਂ ਲੈ ਕਰਕੇ ਰਾਤ ਸ਼ਾਮਾਂ ਤੱਕ, ਹਨੇਰੇ ਤੱਕ, ਸੌਣ ਤੱਕ ਰਾਤ ਵੀ ਬਤੀਤ ਹੋ ਜਾਂਦੀ ਹੈ, ਪਰ ਧਿਆਨ ਤਾਂ ਉੱਧਰ ਹੀ ਰਹਿੰਦਾ ਹੈ ਨਾ। ਕਈ ਵਾਰੀ ਦੇਖਿਆ, ਕਈ ਕਹਿੰਦੇ ਸਾਨੂੰ ਜੀ ਰਾਤ ਨੂੰ ਸੁਪਨੇ ਬੜੇ ਆਉਂਦੇ ਨੇ। ਸੁਪਨੇ ਆਉਣ ਦਾ ਕੀ ਕਾਰਨ ਹੁੰਦਾ ਵੀ ਜੋ ਦਿਨੇ ਉਹ ਸੋਚ ਰਹੇ ਨੇ, ਜੋ ਦਿਨੇ ਕਰ ਰਹੇ ਨੇ, ਉਸੇ ਤਰ੍ਹਾਂ ਦਾ ਉਹਨਾਂ ਨੂੰ ਉਹਨਾਂ ਦੇ ਦਿਮਾਗ ਵਿੱਚ ਸੁਰਤ ਵਿੱਚ ਬੈਠ ਜਾਂਦਾ। ਫਿਰ ਉਸੇ ਤਰ੍ਹਾਂ ਦੇ ਸੁਪਨੇ ਆਈ ਜਾਂਦੇ ਨੇ, ਉਸੇ ਤਰ੍ਹਾਂ ਦੀ ਸੋਚ ਬਣ ਜਾਂਦੀ ਹੈ। ਦਿਮਾਗ ਅੰਦਰ ਸਭ ਕੁਝ ਬੈਠ ਜਾਂਦਾ ਹੈ। ਰੀਲ ਚੱਲਦੀ ਰਹਿੰਦੀ ਹੈ, ਵੀਡੀਓ ਚੱਲਦੀ ਰਹਿੰਦੀ ਹੈ। ਅਤੇ ਜੇ ਆਪਾਂ ਗੁਰੂ ਦੇ ਨਾਲ ਜੁੜੇ ਹਾਂ, ਸ਼ਬਦ ਨਾਲ ਜੁੜੇ ਹਾਂ,
ਤੇ ਫਿਰ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰਦੇ ਨੇ, ਗੁਰਮੁਖ ਪਿਆਰਿਓ, ਫਿਰ ਰਹਿਮਤ ਕਰਦੇ ਨੇ। ਫਿਰ ਸਾਡੀ ਰਾਤ ਵੀ ਸਵਰਗਾਂ ਭਰੀ ਤੇ ਦਿਨ ਵੀ ਸਵਰਗਾਂ ਦੇ ਨਾਲ, ਸਵਰਗਾਂ ਵਿੱਚ ਹੀ ਬਤੀਤ ਹੁੰਦਾ ਹੈ ਫਿਰ ਤੇ ਰਾਤ ਦਿਨ। ਫਿਰ ਸਾਡਾ ਰਾਤ ਦਿਨ ਹੀ ਸਵਾਰਿਆ ਜਾਂਦਾ ਹੈ। ਤਾਂ ਹੀ ਪਾਤਸ਼ਾਹ ਜੀ 4 ਪਹਿਰ ਰਾਤ ਦੀ ਗੱਲ ਕਰਦੇ ਨੇ, 4 ਪਹਿਰ ਦਿਨ ਦੀ ਗੱਲ ਕਰਦੇ ਨੇ। ਕੋਈ ਐਸਾ ਸਮਾਂ ਨਾ ਹੋਵੇ 8 ਪਹਿਰ ਪਰਮੇਸ਼ਰ ਨੂੰ ਯਾਦ ਕਰਨਾ ਹੈ, 8 ਪਹਿਰ ਉਸ ਮਾਲਕ ਨੂੰ ਯਾਦ ਕਰਨਾ ਹੈ, ਉਸ ਵਾਹਿਗੁਰੂ ਨੂੰ ਯਾਦ ਕਰਨਾ ਹੈ। ਊਠਤ ਬੈਠਤ ਹਰ ਹਰ ਧਿਆਈਏ, ਮਾਰਗ ਚਲਤ ਹਰੇ ਹਰ ਗਾਈਏ। ਉੱਠਣ ਲੱਗਿਆਂ ਵੀ, ਬਹਿਣ ਲੱਗਿਆਂ ਵੀ, ਤੇ ਜੇ ਕਿਤੇ ਰਸਤੇ 'ਤੇ ਵੀ ਜਾਂਦਾ ਹੋਵੇ ਨਾ, ਰਸਤੇ 'ਚ ਵੀ ਜਾਂਦਾ ਹੋਵੇ, ਮਾਰਗ 'ਤੇ ਵੀ ਚੱਲਦਾ ਹੋਵੇ, ਤੇ ਤਾਂ ਵੀ ਉਸ ਪਰਮੇਸ਼ਰ ਨੂੰ ਯਾਦ ਕਰਕੇ, ਤੇ ਬੱਸ ਵਿੱਚ ਬੈਠਾ ਹੈ, ਗੱਡੀ ਵਿੱਚ ਬੈਠਾ ਹੈ, ਮੋਟਰਸਾਈਕਲ 'ਤੇ ਤਾਂ ਜਾ ਰਿਹਾ ਤਾਂ ਵੀ ਵਾਹਿਗੁਰੂ 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 ਕਰੀ ਜਾ। ਬੱਸ ਵਿੱਚ ਜਾ ਰਿਹਾ ਤਾਂ ਵੀ ਭਾਈ ਮੋਬਾਇਲ 'ਤੇ ਸਾਰਾ ਕੁਝ ਹੈਗਾ, ਕੱਢ ਲੈ ਗੁਰੂ ਸ਼ਬਦ ਪੜ੍ਹੀ ਜਾ। ਕਿਤੇ ਵੀ ਜਾ ਰਿਹਾ, ਮਾਰਗ ਚਲਤ, ਖੇਤਾਂ ਵਿੱਚ ਜਾ ਰਿਹਾ ਤਾਂ ਵੀ ਵਾਹਿਗੁਰੂ ਵਾਹਿਗੁਰੂ ਕਰ। ਇਹ ਪਾਤਸ਼ਾਹ ਨੇ ਸਾਨੂੰ ਉਪਦੇਸ਼ ਦਿੱਤਾ, ਵਾਹਿਗੁਰੂ ਦਾ ਹੁਕਮ ਹੈ ਸਿੱਖ ਵਾਸਤੇ ਵੀ 8 ਪਹਿਰ ਰੱਬ ਨੂੰ ਯਾਦ ਕਰਨਾ, ਉੱਠਣ ਲੱਗਿਆਂ ਵੀ, ਬਹਿਣ ਲੱਗਿਆਂ ਵੀ, ਤੇ ਚਲਦਿਆਂ ਵੀ। ਕੋਈ ਸਮਾਂ ਖੁੰਝ ਨਾ ਜਾਵੇ। ਬੰਦੇ ਖੋਜ ਦਿਲ ਹਰ ਰੋਜ਼। ਇਹ ਨਹੀਂ ਵੀ ਆਪਾਂ ਹੁਣ ਲੱਭ ਲਿਆ, ਲੱਭਣ ਦਾ ਯਤਨ ਕੀਤਾ, ਰੱਬ ਲੱਭ ਜੇ ਮੁੜ ਕੇ ਫਿਰ ਛੱਡ ਦਈਏ। ਨਾ ਨਾ ਨਾ, ਹਰ ਵਕਤ ਹੀ, ਹਰ ਸਮੇਂ, ਜਦੋਂ ਵੀ ਗੁਰਮੁਖ ਪਿਆਰਿਓ ਕਿਤੇ ਸਮਾਂ ਬਣੇ, ਉਦੋਂ ਹੀ ਸਤ ਸੰਗਤ ਦੇ ਨਾਲ ਜੁੜ ਜਾ ਕਰੀਏ। ਸਤ ਸੰਗਤ ਕੈਸੀ ਜਾਣੀਏ, ਜਿੱਥੇ ਏਕੋ ਨਾਮ ਬਖਾਨੀ ਹੈ। ਜਿੱਥੇ ਇੱਕ ਪਰਮੇਸ਼ਰ ਦੇ ਨਾਮ ਦੀ ਵਡਿਆਈ ਹੁੰਦੀ ਹੋਵੇ। ਤੇ ਮਾਲਕ ਜੀ ਕਹਿੰਦੇ ਨੇ, ਪਾਤਸ਼ਾਹ ਸਾਨੂੰ ਸਮਝਾਉਂਦੇ ਨੇ, ਕਹਿੰਦੇ ਵਿਣ ਭਾਗਾਂ ਸਤ ਸੰਗ ਨਾ ਲੱਭੇ। ਵੱਡੇ ਭਾਗ ਨੇ ਨਾ ਸਾਡੇ, ਗੁਰੂ ਦੀ ਸੰਗਤ ਵਿੱਚ ਬੈਠੇ ਆ। ਪਾਤਸ਼ਾਹ ਜੀ ਕਹਿੰਦੇ ਵਿਣ ਭਾਗਾਂ ਸਤ ਸੰਗ ਨਾ ਲੱਭੇ, ਵਿਣ ਸੰਗਤ ਮੈਲ ਭਰੀਜੇ ਜੀ। ਭਾਗਾਂ ਤੋਂ ਬਗੈਰ ਸੰਗਤ ਨਹੀਂ ਜੇ ਪ੍ਰਾਪਤ ਹੁੰਦੀ। ਜੇ ਆਪਾਂ ਗੁਰੂ ਦੀ ਸੰਗਤ ਵਿੱਚ ਬੈਠੇ ਹਾਂ ਤੇ ਸਾਡੇ ਵੱਡੇ ਭਾਗ ਨੇ। ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਚੰਗੇ ਕਰਮ ਕੀਤੇ ਨੇ ਕਿਤੇ। ਆਪਾਂ ਗੁਰੂ ਦੀ ਸੰਗਤ ਵਿੱਚ ਬੈਠੇ ਹਾਂ। ਆਓ ਅੱਜ ਦੇ ਮਹੀਨੇ ਦੁਆਰਾ ਆਪਾਂ ਜੁੜਨ ਦਾ ਯਤਨ ਕਰੀਏ ਗੁਰਮੁਖ ਪਿਆਰਿਓ। ਮੈਂ ਬੇਨਤੀ ਕਰ ਦੇਵਾਂ, ਪਾਤਸ਼ਾਹ ਨੇ ਬਾਣੀ ਅੰਦਰ ਹਫ਼ਤੇ ਦੇ ਵਾਰਾਂ ਮੁਤਾਬਕ ਸਾਨੂੰ ਸਮਝਾਉਣ ਦਾ ਯਤਨ ਕੀਤਾ। 15 ਥਿੱਤੀ ਤੈ 7 ਵਾਰ, 7 ਵਾਰ ਆਉਂਦੇ ਆ ਨਾ, ਉਹਨਾਂ ਵਾਰਾਂ ਦੇ ਦੌਰਾਨ ਵੀ ਸਾਨੂੰ ਪਾਤਸ਼ਾਹ ਨੇ ਸਮਝਾਇਆ ਹੈ। ਹਰ ਇੱਕ ਤਰੀਕੇ ਨਾਲ ਸਮਝਾਉਣ ਦਾ ਯਤਨ ਕੀਤਾ ਵੀ ਮੇਰਾ ਪੁੱਤਰ ਕਿਤੇ ਖੁੰਝ ਨਾ ਜਾਵੇ। ਹਰ ਇੱਕ ਤਰੀਕੇ ਨਾਲ ਪਾਤਸ਼ਾਹ ਨੇ ਸਮਝਾਇਆ ਵੀ ਮੈਂ ਆਪਣੇ ਪੁੱਤਰ ਨੂੰ ਸਮਝਾ ਲਵਾਂ। ਹਰ ਤਰੀਕਾ ਵਰਤਿਆ ਬਾਣੀ ਅੰਦਰ ਪਾਤਸ਼ਾਹ ਨੇ। ਜੇ ਕਿਸਾਨੀ ਤਰੀਕੇ ਨਾਲ ਪਾਤਸ਼ਾਹ ਨੇ ਸਮਝਾਉਣ ਦਾ ਉਦਾਹਰਨਾਂ ਹੀ ਉੱਦਾਂ ਦਾ ਦੇ ਦਿੱਤੀਆਂ ਪਾਤਸ਼ਾਹ ਨੇ। ਹੋਵੇ ਕਿਰਸਾਨ ਹੱਲ ਜੋਤੇ ਉਦਮ ਕਰੇ, ਮੇਰਾ ਪੁੱਤ ਧੀ ਖਾਏ, ਉਸ ਤਰੀਕੇ ਨਾਲ ਸਮਝਾਤਾ। ਤੇ ਜੇ ਸੁਨਿਆਰਾ ਹੈ ਤੇ ਸੁਨਿਆਰੇ ਨੂੰ ਪਾਤਸ਼ਾਹ ਨੇ ਉਸੇ ਤਰ੍ਹਾਂ ਦੀਆਂ ਉਦਾਹਰਨਾਂ ਦੇ ਦਿੱਤੀਆਂ ਬਾਣੀ ਅੰਦਰ, ਉਸੇ ਤਰ੍ਹਾਂ ਸਮਝਾਉਣਾ ਸ਼ੁਰੂ ਕਰ ਦਿੱਤਾ। ਜੇ ਘੁਮਿਆਰ ਹੈ ਤੇ ਪਾਤਸ਼ਾਹ ਨੇ ਭਾਂਡਿਆਂ ਦੀਆਂ ਉਦਾਹਰਨਾਂ ਦੇ ਕੇ ਸਮਝਾਉਣ ਦਾ ਯਤਨ ਕੀਤਾ। 7 ਵਾਰ ਨੇ, 7 ਵਾਰਾਂ ਮੁਤਾਬਕ ਸਮਝਾਉਣ ਦਾ ਯਤਨ ਕੀਤਾ ਪਾਤਸ਼ਾਹ ਨੇ। 30 ਦਿਨ ਆਉਂਦੇ ਨੇ, ਉਹਨਾਂ ਮੁਤਾਬਕ ਸਮਝਾਉਣ ਦਾ ਯਤਨ ਕੀਤਾ। 15 ਥਿੱਤਾਂ ਨੇ, ਪਾਤਸ਼ਾਹ ਨੇ ਉਹਨਾਂ ਮੁਤਾਬਕ ਵੀ ਸਮਝਾਉਣ ਦਾ ਯਤਨ ਕੀਤਾ। ਜੇ ਸਾਲ ਦੇ ਵਿੱਚ 12 ਮਹੀਨੇ ਆ ਨਾ, ਤੇ ਪਾਤਸ਼ਾਹ ਨੇ ਉਹਨਾਂ 12 ਮਹੀਨਿਆਂ ਦੌਰਾਨ ਵੀ ਸਾਨੂੰ ਸਮਝਾਉਣ ਦਾ ਯਤਨ ਕੀਤਾ। ਸਮਝਾਇਆ ਸਾਨੂੰ ਹੀ ਹੈ। ਔਰ ਸ਼ੁਰੂ ਤੋਂ ਲੈ ਕੇ, ਜਿਵੇਂ ਕਿਸਾਨ ਫਸਲ ਬੀਜਦਾ ਹੈ ਨਾ, ਤੇ ਫਸਲ ਜਾਂਦਿਆਂ ਹੀ ਨਹੀਂ ਕਿਤੇ ਛੱਟਾ ਦੇ ਕੇ ਆ ਜਾਂਦਾ ਤੇ ਅਗਲੇ ਦਿਨ ਕਹੇ ਮੇਰੇ ਘਰ ਵਿੱਚ ਬੁੱਲ ਲੱਗ ਜੇ। ਨਹੀਂ, ਉਹਦਾ ਤਰੀਕਾ, ਉਹਦਾ ਸਿਸਟਮ ਹੈ। ਸਭ ਤੋਂ ਪਹਿਲਾਂ ਕਿਸਾਨ ਨੂੰ ਕੀ ਕਰਨਾ ਪੈਂਦਾ ਹੈ ਜੀ? ਜ਼ਮੀਨ ਵੱਤਰ ਵਿੱਚ ਲਿਆਉਣੀ ਪੈਂਦੀ ਹੈ। ਉਹਨੂੰ ਜੇ ਸੁੱਕੀ ਹੋਵੇ ਤਾਂ ਫਿਰ ਪਾਣੀ ਲਾਉਂਦਾ ਹੈ। ਪਤਾ ਹੈ ਵੀ ਸੁੱਕੀ ਦੇ ਵਿੱਚ ਬੀਜ ਨਹੀਂ ਉੱਗਣਾ। ਫਿਰ ਪਾਣੀ ਲਾ ਕੇ ਫਿਰ ਉਹਨੂੰ ਸੁਕਾਉਂਦਾ ਹੈ, ਜ਼ਿਆਦਾ ਪਾਣੀ ਵਿੱਚ ਵੀ ਨਹੀਂ ਉੱਗਣਾ। ਫਿਰ ਉਹਨੂੰ ਸੁਕਾ ਕੇ ਫਿਰ ਵੱਤਰ ਵਿੱਚ ਲਿਆਣ ਕੇ ਫਿਰ ਬੀਜ ਦਾ ਸੱਟਾ ਦਿੰਦਾ ਹੈ। ਫਿਰ ਬੀਜ ਦਾ ਸੱਟਾ ਦੇ ਕੇ ਫਿਰ ਉਹਦਾ ਧਿਆਨ ਰੱਖਦਾ ਹੈ ਵੀ ਕਦੋਂ ਇਹਨੂੰ ਪਾਣੀ ਦੇਣਾ ਹੈ। ਜੇ ਬਿਮਾਰੀ ਲੱਗ ਜਾਵੇ, ਸਿਉਂਕ ਲੱਗ ਜਾਵੇ ਤਾਂ ਵੀ ਉਹਨੂੰ ਬਿਮਾਰੀ ਦੀ ਦਵਾਈ ਕਰਦਾ ਹੈ। ਜੇ ਸੁੰਡੀ ਪੈ ਜਾਵੇ ਤਾਂ ਉਹਦੀ ਦਵਾਈ ਕਰਦਾ ਹੈ। ਸਮੇਂ ਸਮੇਂ ਮੁਤਾਬਕ ਦੇਖਦਾ ਹੈ ਨਾ ਕਿਸਾਨ ਨੂੰ। ਤੇ ਜੇ ਕਿਸਾਨ ਦੇਖੇ ਹੀ ਨਾ ਫਿਰ ਘਰ ਵਿੱਚ ਦਾਣੇ ਆ ਸਕਦੇ ਨੇ ਕਿਤੇ?
ਜਾਵੇ ਹੀ ਨਾ ਪਾਣੀ ਲਾਵੇ, ਨਾ ਦਵਾਈ ਵੱਲੇ ਦੇਖੇ। ਜੇ ਘਰ ਵਿੱਚ ਦਾਣੇ ਆਉਣ ਦੀ ਆਸ ਰੱਖਣੀ ਹੈ ਤਾਂ ਫਿਰ ਉਹਦਾ ਧਿਆਨ ਵੀ ਰੱਖਣਾ ਪੈਣਾ ਹੈ। ਉਹਦਾ ਸਿਸਟਮ ਬਣਿਆ ਹੋਇਆ ਹੈ, ਤਰੀਕਾ ਬਣਿਆ ਹੋਇਆ ਹੈ। ਇਸੇ ਤਰ੍ਹਾਂ ਪਾਤਸ਼ਾਹ ਨੇ 12 ਮਹੀਨਿਆਂ ਦੁਆਰਾ ਸਾਨੂੰ ਸਮਝਾਉਣ ਦਾ ਯਤਨ ਕੀਤਾ। ਪਹਿਲੇ ਮਹੀਨੇ ਤੋਂ ਲੈ ਕਰਕੇ 12ਵੇਂ ਮਹੀਨੇ ਤੱਕ ਪਾਤਸ਼ਾਹ ਨੇ ਵੱਖਰੀਆਂ ਵੱਖਰੀਆਂ ਉਦਾਹਰਨਾਂ ਦੇ ਕੇ ਇਸ ਮਨੁੱਖ ਨੂੰ ਸਮਝਾਉਣ ਦਾ ਯਤਨ ਕੀਤਾ। ਇੱਕ ਗੱਲ ਵੱਲ ਹੋਰ ਧਿਆਨ ਦੇ ਲਿਓ ਜੇ, ਜ਼ਿਆਦਾਤਰ 12 ਮਾਹ ਦੇ ਵਿੱਚ ਪਾਤਸ਼ਾਹ ਨੇ ਇਸਤਰੀ ਨੂੰ ਸੰਬੋਧਨ ਕਰਕੇ ਬਾਣੀ ਵਰਤੀ ਹੋਈ ਹੈ। ਕੀ ਕੀਤਾ ਜੀ? ਇਸਤਰੀ ਨੂੰ ਸੰਬੋਧਨ। ਤੇ ਆਪਾਂ ਸਾਰੇ ਉਸ ਮਾਲਕ ਦੀਆਂ ਇਸਤਰੀਆਂ ਹਾਂ। ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਆਪਾਂ ਸਾਰੇ ਉਹਦੀਆਂ ਇਸਤਰੀਆਂ ਹਾਂ ਤੇ ਉਹ ਸਾਡਾ ਮਾਲਕ ਹੈ, ਸਾਡਾ ਪਤੀ ਪਰਮੇਸ਼ਰ ਹੈ। ਆਪਾਂ ਉਹਦੇ ਹੁਕਮ ਵਿੱਚ ਰਹਿਣਾ ਹੈ, ਉਹਦੇ ਕਹੇ ਕਾਰ ਅੰਦਰ ਚੱਲਣਾ। ਜਿਵੇਂ ਇੱਕ ਪਤਨੀ ਆਪਣੇ ਪਤੀ ਦੇ ਆਖੇ ਕਹੇ ਕਾਰ ਅੰਦਰ ਚੱਲਦੀ ਹੈ, ਰਹਿੰਦੀ ਹੈ, ਤੇ ਇਸੇ ਤਰ੍ਹਾਂ ਪਾਤਸ਼ਾਹ ਨੇ ਇਸ ਮਨੁੱਖ ਨੂੰ ਇਸਤਰੀ ਦੀ ਉਦਾਹਰਨ ਦੇ ਕੇ ਤੇ ਸਮਝਾਇਆ ਸਾਨੂੰ ਸਾਰਿਆਂ ਨੂੰ ਹੀ ਹੈ। ਔਰ ਉਸ ਅਕਾਲ ਪੁਰਖ ਮਾਲਕ ਦੇ ਕਹੇ ਕਾਰ ਅੰਦਰ ਰਹਿਣ ਦੀ ਗੱਲ ਕੀਤੀ ਹੈ ਵੀ ਉਹਦੇ ਅੰਡਰ, ਉਹਦੇ ਕਹੇ ਕਾਰ ਵਿੱਚ ਰਹਿਣਾ ਹੈ, ਕਿਵੇਂ ਦਾ ਤੂੰ ਆਪਣਾ ਜੀਵਨ ਬਤੀਤ ਕਰਨਾ ਹੈ। ਆਓ ਮੱਘਰ ਦੇ ਮਹੀਨੇ ਦੁਆਰਾ ਸਾਨੂੰ ਸਤਿਗੁਰੂ ਜੀ ਕੀ ਸਮਝਾਉਂਦੇ ਨੇ। ਮੱਘਰ ਮਾਹੇ ਸੁਹੰਦੀਆਂ, ਹਰ ਪਿਰ ਸੰਗ ਬੈਠੜੀਆਂ। ਮੱਘਰ ਮਹੀਨਾ, ਸੁਹੰਦੀਆਂ ਦਾ ਭਾਵ ਅਰਥ ਕੀ ਹੁੰਦਾ ਜੀ? ਸੋਹਣੀਆਂ ਲੱਗਦੀਆਂ ਨੇ, ਸੋਭਦੀਆਂ ਨੇ। ਮੱਘਰ ਮਾਹੇ ਸੁਹੰਦੀਆਂ, ਚੰਗੀਆਂ ਲੱਗਣ ਵਾਲੀਆਂ। ਪਾਤਸ਼ਾਹ ਜੀ ਕਹਿੰਦੇ ਨੇ ਉਹ ਚੰਗੀਆਂ ਲੱਗਦੀਆਂ ਨੇ। ਸਪਸ਼ਟ ਜਿਹਾ ਹੀ ਹੈ, ਵੈਸੇ ਬਾਹਲਾ ਔਖਾ ਨਹੀਂ ਹੈ। ਮੱਘਰ ਮਾਹੇ ਸੁਹੰਦੀਆਂ, ਹਰ ਪਿਰ। ਪਿਰ ਮਿੰਜ ਕੀ ਹੁੰਦਾ ਜੀ? ਪਤੀ। ਪੁਰਾਣੀਆਂ ਬੀਬੀਆਂ ਸ਼ਬਦ ਵਰਤਦੀਆਂ ਹੁੰਦੀਆਂ ਸੀ, ਇਹ ਮੇਰਾ ਪਿਰ ਹੈ, ਇਹ ਮੇਰਾ ਪਤੀ ਹੈ। ਪਿਰ, ਪਤੀ। ਜਿਹੜੀਆਂ ਆਪਣੇ ਪਤੀ ਦੇ ਨਾਲ ਬੈਠੀਆਂ ਨੇ, ਆਪਣੇ ਪਤੀ ਕੋਲੇ ਬੈਠੀਆਂ ਨੇ ਜਿਹੜੀਆਂ, ਪਾਤਸ਼ਾਹ ਜੀ ਕਹਿੰਦੇ ਉਹ ਸੋਹਣੀਆਂ ਲੱਗਦੀ। ਕਦੀ ਵੇਖਿਆ ਜ਼ਿੰਦਗੀ 'ਚ ਮੇਰੀਆਂ ਮਾਤਾਵਾਂ ਮੇਰੀਆਂ ਬੈਠੀਆਂ ਨੇ ਵੱਡੀ ਉਮਰ ਦੀਆਂ, ਜੇ ਕਿਤੇ ਪੇਕੇ ਜਾਣਾ ਨਾ, ਜਦੋਂ ਭੈਣ ਵਿਆਹੀ ਜਾਂਦੀ ਸੀਗੀ ਤੇ ਪੇਕੇ ਜਾਣਾ, ਤੇ ਜਦੋਂ ਪੇਕੇ ਜਾਣਾ ਤੇ ਜੇ ਕਿਤੇ ਇਕੱਲੀ ਬੈਠੀ ਹੁੰਦੀ ਸੀ ਨਾ ਭੈਣ ਜਾਂਦਿਆਂ ਨੂੰ, ਤੇ ਹਰ ਇੱਕ ਪੁੱਛਦਾ ਨਹੀਂ ਸੀ ਤੇਰਾ ਪਤੀ ਨਹੀਂ ਆਇਆ? ਕਹਿੰਦੇ ਸੀ ਨਾ, ਪੁੱਛਦੇ ਸੀ, ਨਹੀਂ ਤੇਰਾ ਪਤੀ ਕਾਹਤੋਂ ਨਹੀਂ ਆਇਆ? ਨਹੀਂ ਤੂੰ ਕਿਤੇ ਲੜਕੇ ਤੇ ਨਹੀਂ ਆਈ? ਨਹੀਂ ਕੀ ਗੱਲ ਹੋਈ? ਭਾਂਤ ਭਾਂਤ ਦੇ ਸਵਾਲ ਪੁੱਛੇ ਜਾਂਦੇ ਸੀ ਨਾ। ਹੁਣ ਤੇ ਉਹ ਸਮਾਂ ਸਾਰਾ, ਹੁਣ ਤੇ ਕੋਈ ਆਉਂਦਾ ਹੀ ਨਹੀਂ ਕਿਸੇ ਦੇ ਘਰ। ਜਦੋਂ ਕਿਤੇ ਧੀ ਭੈਣ ਨੇ ਜਾਣਾ ਨਾ, ਤੇ ਹੋਣਾ ਹੋਵੇ ਉਹ ਇਕੱਲੀ, ਉਹਦੇ ਨਾਲ ਪਤੀ ਨਾ ਹੋਵੇ, ਤੇ ਉਹਨੂੰ ਭਾਂਤ ਭਾਂਤ ਦੇ ਸਵਾਲ ਪੁੱਛੇ ਜਾਂਦੇ ਸੀ ਵੀ ਇਹਦਾ ਪਤੀ ਕਿਉਂ ਨਹੀਂ ਇਹਦੇ ਨਾਲ ਆਇਆ? ਇਹ ਲੜਕੇ ਆਈ ਹੋਵੇਗੀ, ਕੋਈ ਗੱਲ ਹੋਈ ਹੋਵੇਗੀ। ਹੁੰਦਾ ਸੀ ਨਾ ਸਮੇਂ ਦੇ ਵਿੱਚ, ਪਹਿਲਾਂ ਸਮੇਂ ਦੇ ਵਿੱਚ ਇੱਦਾਂ। ਜੇ ਤੂੰ ਆਪਣੇ ਪਤੀ ਨਾਲ ਗਈ ਹੋਵੇਂ, ਆਪਣੇ ਮਾਲਕ ਨਾਲ ਗਈ ਹੋਵੇਂ, ਤੇ ਇਸ ਤਰ੍ਹਾਂ ਦਾ ਕੋਈ ਸਵਾਲ ਨਹੀਂ ਉੱਠਦਾ ਸੀ। ਕਹਿੰਦੇ ਸੀ ਜੋੜੀ ਵੀ ਸੋਹਣੀ ਹੈ, ਚੰਗੇ ਨੇ, ਵਧੀਆ ਲੱਗਦੇ ਨੇ। ਮਾਂ ਪਿਓ ਵੀ ਖੁਸ਼ ਹੁੰਦਾ ਸੀ, ਸਹੁਰਾ ਪਰਿਵਾਰ ਵੀ ਖੁਸ਼, ਪੇਕਾ ਪਰਿਵਾਰ ਵੀ ਖੁਸ਼। ਇਸੇ ਤਰ੍ਹਾਂ ਜਦੋਂ ਅਸੀਂ ਆਪਣੇ ਮਾਲਕ ਨਾਲ ਬੈਠ ਜਾਵਾਂਗੇ, ਆਪਣੇ ਮਾਲਕ ਨਾਲ ਜੁੜ ਜਾਵਾਂਗੇ, ਤੇ ਅਸੀਂ ਸੋਹਣੇ ਬਣ ਜਾਵਾਂਗੇ। ਕਿੱਥੋਂ ਸੋਹਣੇ ਬਣਾਂਗੇ ਜੀ? ਅੰਦਰੋਂ ਸੋਹਣੇ ਬਣਾਂਗੇ। ਆਪਾਂ ਇੱਕ ਦਿਨ ਅੱਗੇ ਬੇਨਤੀ ਕੀਤੀ ਸੀ ਨਾ, ਪਾਤਸ਼ਾਹ ਜੀ ਉਹਨਾਂ ਨੂੰ ਸੋਹਣੇ ਨਹੀਂ ਕਹਿੰਦੇ ਜਿਨ੍ਹਾਂ ਨੇ ਕੱਪੜੇ ਬੜੇ ਸੋਹਣੇ ਪਾਏ ਹੋਣ, ਜਾਂ ਉਹਨਾਂ ਨੂੰ ਸੋਹਣੇ ਨਹੀਂ ਕਹਿੰਦੇ ਜਿਹਨਾਂ ਦਾ ਰੰਗ ਬੜਾ ਗੋਰਾ ਜਿਹਾ ਹੋਵੇ, ਜਾਂ ਪਾਤਸ਼ਾਹ ਨੇ ਉਹਨਾਂ ਨੂੰ ਸੋਹਣੇ ਨਹੀਂ ਕਿਹਾ ਜਿਨ੍ਹਾਂ ਦੇ ਨੈਣ ਨਕਸ਼ ਬੜੇ ਸੋਹਣੇ ਹੋਣ। ਪਾਤਸ਼ਾਹ ਨੇ ਸੋਹਣੇ ਉਹਨਾਂ ਨੂੰ ਕਿਹਾ ਜਿਨ੍ਹਾਂ ਨੂੰ ਆਪਣੇ ਮਾਲਕ ਨਾਲ ਬਹਿਣਾ ਆਉਂਦਾ ਏ। ਸੇਈ ਸੁੰਦਰ ਸੋਹਣੇ, ਸਾਧ ਸੰਗਤ ਜਿਨ ਬਹਿਣੇ। ਪਾਤਸ਼ਾਹ ਜੀ ਕਹਿੰਦੇ ਉਹ ਸੋਹਣੇ ਨੇ ਜਿਨ੍ਹਾਂ ਨੂੰ ਆਪਣੇ ਮਾਲਕ ਦੇ ਕੋਲੇ ਬਹਿਣਾ ਆਉਂਦਾ ਏ, ਆਪਣੇ ਪਤੀ ਦੇ ਕੋਲੇ ਬਹਿਣਾ ਆਉਂਦਾ ਏ। ਪਾਤਸ਼ਾਹ ਜੀ ਕਹਿੰਦੇ ਉਹ ਸੁੰਦਰ ਨੇ, ਉਹ ਸੋਹਣੇ ਨੇ, ਉਹ ਸਚੱਜੇ ਨੇ। ਅੱਜ ਗੁਰਮੁਖ ਪਿਆਰਿਓ, ਆਪਾਂ ਦੇਖ ਲਈਏ ਆਪਣੇ ਮਨਾਂ ਅੰਦਰ ਝਾਤੀ ਮਾਰ ਕੇ, ਅਸੀਂ ਆਪਣੇ ਸਰੀਰ ਨੂੰ ਸ਼ਿੰਗਾਰਨ ਦੇ ਵਿੱਚ ਤੇ ਬੜਾ ਲੱਗੇ ਹੋਏ ਆ, ਪਰ ਅੰਦਰ ਸ਼ਿੰਗਾਰਨ ਤੇ ਨਹੀਂ ਜ਼ੋਰ ਲਾ ਰਹੇ ਅਸੀਂ। ਮੈਂ ਇੱਥੇ ਇੱਕ ਬੇਨਤੀ ਹੋਰ ਕਰ ਦੇਵਾਂ। ਪ੍ਰੋਫੈਸਰ ਸਾਹਿਬ ਸਿੰਘ ਤੁਹਾਡੇ ਵਿੱਚੋਂ ਬੜੇ ਗੁਰਮੁਖ ਪਿਆਰੇ ਨੇ, ਉਹਨਾਂ ਦਾ ਟੀਕਾ ਪੜ੍ਹਿਆ ਹੋਵੇਗਾ ਬਹੁਤਿਆਂ ਨੇ। ਇੱਕ ਪ੍ਰੋਫੈਸਰ ਸਾਹਿਬ ਸਿੰਘ ਹੋਇਆ
ਉਹਨੇ ਟੀਕਾ ਲਿਖਿਆ, ਅਰਥ ਲਿਖੇ ਨੇ ਸਤਿਗੁਰਾਂ ਦੀ ਬਾਣੀ ਦੇ, ਤੇ ਉਹਨੇ ਉਹਨਾਂ ਪੋਥੀਆਂ ਦੇ ਉੱਪਰ ਜਿੱਥੇ ਅਰਥ ਲਿਖੇ ਆ ਨਾ, ਉਹਨਾਂ ਪੋਥੀਆਂ ਦੇ ਫਰੰਟ ਗੱਤੇ ਤੇ ਬਾਰ-ਬਾਰ ਉੱਪਰ ਲਿਖਿਆ ਹੋਇਆ ਗੁਰਬਾਣੀ ਦਰਪਣ। ਕੀ ਲਿਖਿਆ ਜੀ? ਗੁਰਬਾਣੀ ਦਰਪਣ। ਤੇ ਦਰਪਣ ਦਾ ਭਾਵ ਅਰਥ ਹੁੰਦਾ ਸ਼ੀਸ਼ਾ। ਦਰਪਣ ਦਾ ਭਾਵ ਅਰਥ ਕੀ ਹੁੰਦਾ ਜੀ? ਸ਼ੀਸ਼ਾ। ਹੁਣ ਉਹਦਾ ਲਿਖਣ ਦਾ ਭਾਵ ਅਰਥ ਕੀ ਸੀ ਵੀ ਇਹ ਸਤਿਗੁਰਾਂ ਦੀ ਬਾਣੀ ਜਦੋਂ ਦੇ ਅਰਥ ਕਰੋਗੇ ਤੇ ਸ਼ੀਸ਼ਾ। ਤੇ ਸ਼ੀਸ਼ਾ ਸਾਨੂੰ ਕੀ ਮੈਸੇਜ ਦਿੰਦਾ? ਜਦੋਂ ਅਸੀਂ ਤਿਆਰ ਹੋ ਕੇ ਸ਼ੀਸ਼ੇ ਦੇ ਸਾਹਮਣੇ ਜਾ ਕੇ ਖਲੋਨੇ ਆ ਨਾ, ਤੇ ਸ਼ੀਸ਼ਾ ਦੱਸ ਦਿੰਦਾ ਏ ਵੀ ਤੇਰੇ ਚਿਹਰੇ ਤੇ ਭਾਈ ਦਾਗ ਲੱਗਿਆ ਹੋਇਆ, ਜਾ ਜਾ ਕੇ ਮੂੰਹ ਧੋ ਕੇ ਆ। ਦੱਸਦਾ ਏ ਨਾ, ਤੇਰੀਆਂ ਅੱਖਾਂ 'ਚ ਗੇਡਾ ਹੀ ਹੋਈ ਹੈ, ਜਾ ਮੂੰਹ ਧੋਇਆ। ਤੇਰੇ ਕੱਪੜੇ ਨਹੀਂ ਸਾਫ਼ ਹੈਗੇ, ਚੇਂਜ ਕਰ ਲਾ, ਬਦਲ ਲਾ। ਦੱਸਦਾ ਏ ਨਾ, ਬਾਹਰੀ ਦੱਸ ਦਿੰਦਾ ਏ, ਬਾਹਰਲਾ। ਜੇ ਤੇਰੇ ਚਿਹਰੇ ਤੇ ਦਾਗ ਹੈ, ਤੇਰੇ ਕੱਪੜਿਆਂ ਤੇ ਦਾਗ ਹੈ, ਸ਼ੀਸ਼ਾ ਬਾਹਰੋਂ ਵਿਖਾਵਾ ਦੱਸ ਦਿੰਦਾ ਏ। ਪਰ ਅੰਦਰਲਾ ਕੌਣ ਦੱਸੇਗਾ? ਉਹ ਸ਼ੀਸ਼ਾ ਸਾਨੂੰ ਅੰਦਰ ਦਾ ਤਾਂ ਨਹੀਂ ਨਾ ਦੱਸਦਾ ਵੀ ਤੇਰੇ ਅੰਦਰ ਕਿੰਨੀ ਕੁ ਮੈਲ ਲੱਗੀ ਹੋਈ ਹੈ, ਤੇਰਾ ਅੰਦਰ ਕਿੰਨਾ ਕੁ ਪਲੀਤ ਹੈ, ਤੂੰ ਅੰਦਰੋਂ ਕਿੰਨਾ ਕੁ ਗੰਦਾ ਹੈ। ਜੇ ਅੰਦਰੋਂ ਵੇਖਣਾ ਹੈ ਵੀ ਤੂੰ ਅੰਦਰੋਂ ਕਿੰਨਾ ਕੁ ਪਲੀਤ ਹੈ, ਅੰਦਰੋਂ ਕਿੰਨਾ ਕੁ ਗੰਦਲਾ ਹੋਇਆ ਫਿਰਦਾ ਏ, ਤੇ ਫਿਰ ਤੈਨੂੰ ਸਤਿਗੁਰਾਂ ਦੀ ਬਾਣੀ ਪੜ੍ਹਨੀ ਪੈਣੀ ਹੈ। ਜਦੋਂ ਸਤਿਗੁਰਾਂ ਦੀ ਬਾਣੀ ਤੂੰ ਅਰਥਾਂ ਸਮੇਤ ਪੜ੍ਹ ਲਈ ਜਾਂ ਸੁਣ ਲਈ, ਫਿਰ ਤੈਨੂੰ ਅੰਦਰਲਾ ਵੀ ਪਤਾ ਲੱਗ ਜਾਣਾ ਵੀ ਤੇਰੇ ਅੰਦਰ ਕਿੰਨੀ ਕੁ ਮੈਲ ਲੱਗੀ ਹੋਈ ਹੈ, ਤੇਰੇ ਅੰਦਰ ਕਿੰਨਾ ਕੁ ਕੁਝ ਚਿੰਬੜਿਆ ਹੋਇਆ ਏ। ਅੰਦਰੋਂ ਵੀ ਪਤਾ ਲੱਗ ਜਾਣਾ ਫਿਰ ਤੈਨੂੰ। ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਕਹਿੰਦੇ ਫਿਰ ਉਹ ਸੋਹਣੀਆਂ ਲੱਗਦੀਆਂ ਨੇ, ਉਹਨਾਂ ਦੇ ਅੰਦਰ ਸੋਹਣੇ ਬਣ ਜਾਂਦੇ ਨੇ। ਕਿਹੜੀਆਂ? ਜਿਹੜੀਆਂ ਆਪਣੇ ਪਤੀ ਦੇ ਨਾਲ ਬੈਠੀਆਂ ਹੋਈਆਂ ਨੇ। ਮਗਰ ਮਾਹੇ ਸੁਹੰਦੀਆਂ, ਹਰ ਪਿਰ ਸੰਗ ਬੈਠੜੀਆਂ, ਤਿੰਨ ਕੀ ਸੋਭਾ ਕਿਆ ਗਣੀ। ਉਹਨਾਂ ਦੀ ਵਡਿਆਈ ਵੀ ਨਹੀਂ ਕੀਤੀ ਜਾ ਸਕਦੀ, ਉਹਨਾਂ ਦੀ ਸੋਭਾ ਵੀ ਨਹੀਂ ਕੀਤੀ ਜਾ ਸਕਦੀ। ਕਿੰਨਾਂ ਦੀ? ਤਿੰਨ ਕੀ ਸੋਭਾ ਕਿਆ ਗਣੀ, ਜੇ ਸਾਹਿਬ ਮਿਲੜੀਆਂ, ਜਿਹੜੀਆਂ ਆਪਣੇ ਸਾਹਿਬ ਨਾਲ ਮਿਲ ਗਈਆਂ, ਆਪਣੇ ਮਾਲਕ ਨਾਲ ਮਿਲ ਗਈਆਂ, ਆਪਣੇ ਪਤੀ ਨਾਲ ਮਿਲ ਗਈਆਂ। ਪਾਤਸ਼ਾਹ ਜੀ ਕਹਿੰਦੇ ਉਹਨਾਂ ਦੀ ਸੋਭਾ ਵੀ ਨਹੀਂ ਕੀਤੀ ਜਾ ਸਕਦੀ, ਉਹਨਾਂ ਦੀ ਵਡਿਆਈ ਵੀ ਨਹੀਂ ਕੀਤੀ ਜਾ ਸਕਦੀ। ਤਿੰਨ ਕੀ ਸੋਭਾ ਕਿਆ ਗਣੀ, ਜੇ ਸਾਹਿਬ ਮੇਲੜੀਆਂ, ਤਨ ਮਨ ਮੌਲਿਆ ਰਾਮ ਸਿਓ। ਇੱਥੇ ਇੱਕ ਗੱਲ ਧਿਆਨ ਦਵੀਂ, ਇਹ ਨਾ ਵੀ ਮੱਥਾ ਟੇਕ ਕੇ ਮੁੜ ਜਾਵੇਂ ਵੀ ਮੈਂ ਤੇ ਮਿਲ ਆਈ ਹਾਂ, ਪਰਿਕਰਮਾ ਕਰਕੇ ਆਵੇਂ ਮੁੜ ਜਾਵੇਂ ਵੀ ਮੈਂ ਤੇ ਮਿਲ ਆਈ ਹਾਂ। ਮੈਂ ਆਪਣੇ ਪਤੀ ਨੂੰ ਮਿਲ ਆਈ, ਪਤੀ ਮਾਲਕ ਪਰਮੇਸ਼ਰ ਗੁਰੂ ਸਾਹਿਬ ਜੀ। ਪ੍ਰਸ਼ਾਦ ਲੈ ਕੇ, ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ, ਫੁੱਲੀਆਂ ਦਾ ਪ੍ਰਸ਼ਾਦ ਲੈ ਕੇ ਕਵੇਂ ਵੀ ਮੈਂ ਤੇ ਮਿਲ ਆਈ ਹਾਂ। ਇੱਥੇ ਪਾਤਸ਼ਾਹ ਜੀ ਕੀ ਕਹਿੰਦੇ ਨੇ, ਧਿਆਨ ਦੇ ਕੇ ਸੁਣਿਓ ਜੇ। ਤਿੰਨ ਕੀ ਸੋਭਾ ਕਿਆ ਗਣੀ, ਜੇ ਸਾਹਿਬ ਮੇਲੜੀਆਂ, ਤਨ ਮਨ ਮੌਲਿਆ ਰਾਮ ਸਿਓ। ਤਨ ਤੇ ਮਨ ਦੋਨੇ ਚੀਜ਼ਾਂ। ਇੱਥੇ ਆਪਣੇ ਮਾਲਕ ਕੋਲੇ ਆਉਣਾ ਏ, ਆਪਣੇ ਪਤੀ ਕੋਲੇ ਆਉਣਾ ਏ, ਆਪਣੇ ਮਾਲਕ ਪਰਮੇਸ਼ਰ ਕੋਲੇ ਆਉਣਾ, ਤੇ ਤੇਰਾ ਤਨ ਜਿੱਥੇ ਆ ਰਿਹਾ ਉੱਥੇ ਤੇਰਾ ਮਨ ਵੀ ਆਉਣਾ ਚਾਹੀਦਾ ਏ। ਇਹ ਨਾ ਹੋਵੇ ਵੀ ਤਨ ਇੱਥੇ ਹੋਵੇ ਤੇ ਮਨ ਕਿਤੇ ਹੋਰ ਹੀ ਉਡਾਰੀਆਂ ਮਾਰਦਾ ਹੋਵੇ। ਦੋਨੇ ਚੀਜ਼ਾਂ ਮੌਜੂਦ ਹੋਣੀਆਂ ਚਾਹੀਦੀਆਂ ਨੇ। ਜੇ ਦੋਨੇ ਚੀਜ਼ਾਂ ਮੌਜੂਦ ਨਹੀਂ, ਤੁਸੀਂ ਕਾਮਯਾਬ ਨਹੀਂ ਹੋ ਸਕਦੇ, ਕਦੇ ਵੀ ਕਿਸੇ ਵੀ ਕੰਮ ਵਿੱਚ ਕਾਮਯਾਬ ਨਹੀਂ ਹੋ ਸਕਦੇ। ਆ ਤਵੇ ਤੇ ਭੈਣੋਂ ਫੁਲਕਾ ਪਾਇਆ ਹੋਵੇ ਨਾ, ਤੇ ਜੇ ਮਨ ਮੌਜੂਦ ਨਹੀਂ ਹੈਗਾ, ਮਨ ਹਾਜ਼ਰ ਨਹੀਂ ਹੈਗਾ, ਇਕੱਲਾ ਤਨ ਹੀ ਹੈ, ਰੋਟੀ ਵੇਲੀ ਹੈ, ਤਵੇ ਤੇ ਪਾਤੀ ਹੈ, ਮਨ ਕਿਤੇ ਹੋਰ ਹੀ ਹੈ, ਜਾਂ ਤੇ ਉਹ ਫੁਲਕਾ ਕੱਚਾ ਰਹਿ ਜੂ, ਜਾਂ ਫਿਰ ਜ਼ਿਆਦਾ ਸੜ ਜੂ। ਇੱਦਾਂ ਹੀ ਹੁੰਦੀ ਹੈ ਨਾ। ਮਨ ਹੋਣਾ ਹਾਜ਼ਰ ਬਹੁਤ ਜ਼ਰੂਰੀ ਹੈ। ਸਬਜ਼ੀ ਭੈਣੋਂ ਬਣਾਉਂਦੀਆਂ, ਤੇ ਜੇ ਮਨ ਨਾ ਹਾਜ਼ਰ ਹੋਵੇ, ਜਾਂ ਤੇ ਲੂਣ ਵੱਧ ਪੈ ਜੂ, ਜਾਂ ਫਿਰ ਘੱਟ ਰਹਿ ਜੂ। ਇੱਦਾਂ ਹੀ ਹੁੰਦੀ ਹੈ ਨਾ। ਤੇ ਜੇ ਦੋਨੇ ਚੀਜ਼ਾਂ ਮੌਜੂਦ ਨੇ, ਫਿਰ ਪਰਫੈਕਟ ਹੋਵੇਗਾ, ਵਧੀਆ ਹੋਵੇਗਾ, ਸਾਰਾ ਕੁਝ ਵਧੀਆ ਬਣ ਜਾਵੇਗਾ। ਇਸੇ ਤਰ੍ਹਾਂ ਜਦੋਂ ਅਸੀਂ ਗੁਰੂ ਦੀ ਗੋਦ ਵਿੱਚ ਆਉਣੇ ਆ, ਸਾਡਾ ਮਨ ਵੀ ਹਾਜ਼ਰ ਚਾਹੀਦਾ ਹੈ, ਫਿਰ ਸਾਨੂੰ ਆਏ ਹੋਏ ਦਾ ਲਾਹਾ ਪ੍ਰਾਪਤ ਹੋਣਾ ਹੈ। ਤੇ ਜੇ ਤਨ ਕਰਕੇ ਆਏ, ਮਨ ਕਿਤੇ ਹੋਰ ਹੈ। ਆਪਾਂ ਇੱਕ ਦਿਨ ਅੱਗੇ ਵੀ ਬੇਨਤੀ ਕੀਤੀ ਸੀ, ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਸਤਿਗੁਰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵਾਈ, ਜਿਚਰ ਸ਼ਬਦ ਨਾ ਕਰੀ ਵਿਚਾਰ। ਵੇਖਣ ਨਾਲ ਮੁਕਤੀ ਨਹੀਂ ਮਿਲਣੀ ਵੀ ਮੈਂ ਮਾਲਕ ਨੂੰ ਵੇਖ ਆਈ ਹਾਂ, ਮਾਲਕ ਨੂੰ ਮਿਲ ਆਈ ਹਾਂ, ਮੈਂ ਆਪਣੇ ਪਤੀ ਕੋਲੋਂ ਹੋ ਆਈ ਹਾਂ। ਵੇਖਣ ਨਾਲ ਮੁਕਤੀ ਨਹੀਂ ਮਿਲਣੀ ਜਿੰਨਾ ਚਿਰ ਤੱਕ ਗੁਰੂ ਦੇ ਸ਼ਬਦ ਦੀ ਵਿਚਾਰ ਨਹੀਂ ਕਰਦੀ।
ਵਿਚਾਰ ਨਹੀਂ ਹੈਗੀ। ਬਹੁਤਿਆਂ ਦਾ ਤੇ ਹੁਣ ਜੀਵਨ ਐਸਾ ਹੀ ਬਣ ਚੁੱਕਿਆ ਨਾ ਵੀ ਮੈਂ ਰਮਾਲਾ ਤੇ ਭਾਵੇਂ ਮਹਿੰਗਾ ਚੜ੍ਹਾ ਦਾਂ, ਮੈਂ ਭੇਟਾ ਤੇ ਭਾਵੇਂ ਜ਼ਿਆਦੀ ਦੇ ਦੇਵਾਂ, ਮੈਂ ਪਰ ਮੇਰੇ ਵੇਖ ਕੇ ਵਾਪਸ ਆ ਸਕਦੀ, ਮੇਰੇ ਕੋਲ ਬਹਿਣ ਦਾ ਟਾਈਮ ਹੈ ਨਹੀਂ ਆਪਣੇ ਪਤੀ ਕੋਲੇ। ਅਤੇ ਜਿਹਦੇ ਕੋਲੇ ਬਹਿਣ ਦਾ ਟਾਈਮ ਹੈ ਨਹੀਂ, ਮਾਲਕ ਨੇ ਉਹਨੂੰ ਸੁਹੰਦੀਆਂ ਨਹੀਂ ਕਿਹਾ ਉਹਨਾਂ ਨੂੰ, ਜਿਹਦੇ ਕੋਲ ਬਹਿਣ ਦਾ ਟਾਈਮ ਹੈ ਨਹੀਂ। ਅਤੇ ਪਤੀ ਇੱਕ ਹੀ ਹੁੰਦਾ ਵਾ, ਦੇਰ ਜੇਠ ਤਾਂ ਬਹੁਤ ਹੋ ਸਕਦੇ ਨੇ, ਪਰ ਪਤੀ ਇੱਕੋ ਹੀ ਹੈ, ਇੱਕ ਹੀ ਹੈ, ਜਿਹਦੇ ਲਾਗੇ ਜਾ ਕੇ ਬਹਿਣਾ ਅਤੇ ਤੂੰ ਸੋਹਣੀ ਲੱਗਣਾ ਹੈ। ਅਤੇ ਜੇ ਧਿਆਨ ਦੇਣਾ, ਜੇ ਦੇਰ ਜੇਠ ਨਾਲ ਵੀ ਇੱਧਰ ਉੱਧਰ ਭਟਕਦੀ ਫਿਰੇ ਅਤੇ ਤਾਂ ਵੀ ਲੋਕ ਕਹਿੰਦੇ ਆ ਨਾ, ਗੱਲਾਂ ਕਰਦੇ ਆ ਨਾ ਲੋਕ, ਫਿਰ ਵੀ ਇਹ ਤਾਂ ਆਪਣੇ ਪਤੀ ਨਾਲ ਨਹੀਂ ਭਾਈ, ਇਹ ਤਾਂ ਦੇਰਾਂ ਜੇਠਾਂ ਨਾਲ ਹੀ ਤੁਰੀ ਫਿਰਦੀ ਹੈ, ਭਾਵੇਂ ਬਹੁਤੇ ਹੋਣ। ਪਰ ਅਸੀਂ ਆਪਣੇ ਪਤੀ ਨਾਲ, ਆਪਣੇ ਮਾਲਕ ਨਾਲ, ਪਾਤਸ਼ਾਹ ਨੇ ਤੇ ਬਾਣੀ ਅੰਦਰ ਇਹ ਵੀ ਸ਼ਬਦ ਵਰਤਿਆ, ਖਸਮ ਵਿਸਾਰੇ ਤੇ ਕਮਜਾਤ। ਕਿਹਨੂੰ ਕਹਿੰਦੇ ਭਲਾ ਆਪਾਂ? ਆਪਣਾ ਹੀ ਸ਼ਬਦ ਆਪਾਂ ਵਰਤਦੇ ਨਾ ਆਪਣੀ ਭਾਸ਼ਾ ਵਿੱਚ, ਵੀ ਇਹ ਤੇ ਕਮਜਾਤ ਆ, ਇਹਨੂੰ ਤੇ ਅਕਲ ਹੀ ਹੈ ਨਹੀਂ ਭੂਰਾ ਵੀ, ਇਹਨੂੰ ਥੋੜ੍ਹੀ ਅਕਲ ਹੈ, ਜੇ ਕਮਜਾਤ ਜਨਾਨੀ ਕਹਿ ਦਿੰਦੇ ਨਾ ਆਪਾਂ। ਜੇ ਆਪਣੇ ਪਤੀ ਨੂੰ ਵਸਾਰ ਦਿੱਤਾ, ਆਪਣੇ ਮਾਲਕ ਨੂੰ ਵਸਾਰ ਦਿੱਤਾ, ਆਪਣੇ ਮਾਲਕ ਨੂੰ ਵਸਾਰ ਕੇ ਗਾਹੇ ਬਿਗਾਹੇ ਭਟਕਦੀ ਫਿਰਦੀ ਹੈ, ਇੱਧਰ ਉੱਧਰ ਭਟਕਦੀ ਫਿਰਦੀ ਹੈ, ਫਿਰ ਪਾਤਸ਼ਾਹ ਨੇ ਕਮਜਾਤ ਸ਼ਬਦ ਵਰਤਿਆ। ਜੇ ਧਿਆਨ ਦੇ ਲਿਓ, ਮੇਰੇ ਪਾਤਸ਼ਾਹ ਜੀ ਬਾਣੀ ਅੰਦਰ ਕੀ ਫਰਮਾਨ ਕਰਦੇ ਨੇ, ਕਹਿੰਦੇ ਉਹ ਸੋਹਣੀਆਂ ਨੇ ਮਨ ਕਰਕੇ ਵੀ ਗੁਰੂ ਦੀ ਗੋਦ ਵਿੱਚ ਜਿਹੜੀਆਂ ਆਉਂਦੀਆਂ, ਇਕੱਲਾ ਤਨ ਲੈ ਕੇ ਨਹੀਂ ਆਉਂਦੀਆਂ, ਮਨ ਕਰਕੇ ਵੀ, ਸਰੀਰ ਕਰਕੇ ਹੀ ਨਹੀਂ। ਤਨ ਮਨ ਮੌਲਿਆ ਰਾਮ ਸਿਉ, ਸੰਗ ਸਾਧ ਸਹੇਲਣੀਆਂ। ਸਾਧ ਮੀਨਜ ਗੁਰੂ ਜੇ। ਸਮਾਂ ਆਪਾਂ ਬਣ ਜਾਣਾ, ਫਿਰ ਆਪਾਂ ਕਿਤੇ ਵਿਚਾਰ ਕਰਾਂਗੇ। ਬਾਣੀ ਅੰਦਰ 4 ਤਰ੍ਹਾਂ ਦੇ ਸਾਧ ਬਾਣੀ ਨੇ ਮੰਨੇ ਨੇ, ਕਿਹੜੇ ਕਿਹੜੇ ਨੇ ਸਾਧ ਇਹ ਸਮਾਂ ਨਹੀਂ, ਪਰ ਇੱਥੇ ਸਾਧ ਸ਼ਬਦ ਗੁਰੂ ਹੈ, ਧਿਆਨ ਦੇ ਲਿਓ ਜੇ। ਸਾਧ ਜਦੋਂ ਅਸੀਂ ਸ਼ਬਦ ਵਰਤਦੇ ਹਾਂ ਨਾ, ਤਾਂ ਸਾਡੀਆਂ ਅੱਖਾਂ ਗਾੜੇ ਵੱਡਿਆਂ ਵੱਡਿਆਂ ਚੋਲਿਆਂ ਵਾਲੇ, ਭੰਗਵੇਂ ਚੋਲਿਆਂ ਵਾਲੇ, ਚਿੱਟਿਆਂ ਚੋਲਿਆਂ ਵਾਲੇ ਆ ਜਾਂਦੇ ਨੇ, ਵੀ ਸ਼ਾਇਦ ਆਹ ਸਾਧ ਨੇ, ਪਰ ਵੱਖਰੇ ਵੱਖਰੇ ਅਰਥ ਨੇ ਬਾਣੀ ਅੰਦਰ। ਧਿਆਨ ਦਿਓ, ਮਨ ਤਨ ਕਰਕੇ ਜਿਹੜੀਆਂ ਆਪਣੇ ਪਰਮੇਸ਼ਰ ਨੂੰ ਮਿਲੀਆਂ ਹੋਈਆਂ ਨੇ, ਤਨ ਮਨ ਮੌਲਿਆ ਰਾਮ ਸਿਉ, ਸੰਗ ਸਾਧ ਸਹੇਲੜੀਆਂ। ਜਿਹੜੀਆਂ ਉਹਦੀਆਂ ਸਹੇਲੀਆਂ ਬਣ ਗਈਆਂ, ਮਨ ਤਨ ਦੇ ਨਾਲ ਸਹੇਲੀਆਂ, ਉਹਦੇ ਨਾਲ ਰਲ ਕੇ ਗੀਤ ਗਾਉਣ ਵਾਲੀਆਂ, ਉਹਦੇ ਨਾਲ ਰਲ ਕੇ ਉਹਦੇ ਗੁਣਾਂ ਨੂੰ ਗਾਉਣ ਵਾਲੀਆਂ। ਅਤੇ ਪਾਤਸ਼ਾਹ ਜੀ ਕਹਿੰਦੇ ਨੇ, ਸਾਧ ਜਨਾਂ ਤੇ ਬਾਹਰੀ, ਜਿਹੜੀਆਂ ਗੁਰੂ ਨੂੰ ਛੱਡ ਕੇ ਇੱਧਰ ਉੱਧਰ ਹੀ ਭਟਕਦੀਆਂ ਫਿਰਦੀਆਂ ਨੇ, ਬਾਹਰੀ, ਗੁਰੂ ਨੂੰ ਛੱਡ ਕੇ, ਪਰਮੇਸ਼ਰ ਨੂੰ ਛੱਡ ਕੇ, ਵਾਹਿਗੁਰੂ ਨੂੰ ਛੱਡ ਕੇ। ਸਾਧ ਜਨਾਂ ਤੇ ਬਾਹਰੀ, ਗੁਰੂ ਤੋਂ ਬਗੈਰ, ਸੇ ਰਹਿਣ ਅਕੇਲੜੀਆਂ। ਉਹ ਤੇ ਫਿਰ ਕੱਲੀਆਂ ਰਹਿ ਜਾਂਦੀਆਂ ਨੇ, ਛੁੱਟੜ। ਅਕੇਲੜੀਆਂ ਦਾ ਭਾਵ ਅਰਥ ਛੁੱਟੜ, ਜਿਹਨੂੰ ਪਤੀ ਛੱਡ ਦੇਵੇ, ਪਤੀ ਛੱਡ ਦੇਵੇ, ਤਲਾਕ ਦੇ ਦੇਵੇ, ਉਹ ਐਸੀਆਂ ਹੁੰਦੀਆਂ ਨੇ। ਫਿਰ ਜਿਵੇਂ ਤਿਲਾਂ ਦੇ ਖੇਤਾਂ ਵਿੱਚ ਇੱਕ ਬੁਆੜ ਦਾ ਬੂਟਾ ਉੱਗਦਾ ਏ, ਪਾਤਸ਼ਾਹ ਨੇ ਬਾਣੀ ਅੰਦਰ ਉਹਦੀ ਬੜੀ ਪਿਆਰੀ ਉਦਾਹਰਨ ਦਿੱਤੀ ਹੈ। ਕਹਿੰਦੇ ਫਿਰ ਉਹਦੇ ਵਾਂਗੂ ਰਹਿ ਜਾਂਦੀਆਂ ਨੇ, ਨਾ ਤੇ ਉਹਦੇ ਵਿੱਚ ਫਲ ਹੁੰਦਾ ਅਤੇ ਨਾ ਫੁੱਲ ਹੁੰਦੇ ਨੇ। ਭੀ ਧਨ ਵਿੱਚ ਸਵਾਹ, ਕਹਿੰਦੇ ਉਹਦੇ ਵਿੱਚ ਸਵਾਹ ਹੁੰਦੀ ਹੈ, ਕੱਖ ਵੀ ਨਹੀਂ ਰਹਿੰਦਾ ਵਿੱਚ, ਕੋਈ ਨਹੀਂ ਪੁੱਛਦਾ ਉਹਨਾਂ ਨੂੰ। ਜਿਹੜੀਆਂ ਆਪਣੇ ਗੁਰੂ ਨੂੰ ਛੱਡ ਕੇ ਇੱਧਰ ਉੱਧਰ ਭਟਕਦੀਆਂ ਫਿਰਦੀਆਂ ਨੇ, ਇੱਧਰ ਉੱਧਰ ਤੁਰੀਆਂ ਫਿਰਦੀਆਂ ਨੇ, ਆਪਣੇ ਮਾਲਕ ਨੂੰ ਛੱਡ ਕੇ। ਜਿੱਧਰ ਲਾਈ ਗੱਲੀ ਉਸੇ ਨਾਲ ਉੱਠ ਚੱਲੀ, ਇੱਦਾਂ ਵੀ ਹੈਗਾ ਨਾ। ਆਪਣੇ ਮਾਲਕ ਨਾਲ, ਆਪਣੇ ਖਸਮ 'ਤੇ ਭਰੋਸਾ, ਆਪਣੇ ਖਸਮ ਭਰੋਸਾ, ਆਪਣੇ ਮਾਲਕ 'ਤੇ ਭਰੋਸਾ ਕਰ। ਇੱਥੋਂ ਸਾਰੀਆਂ ਦਾਤਾਂ ਮਿਲਦੀਆਂ ਨੇ ਆਪਣੇ ਗੁਰੂ ਕੋਲੋਂ। ਘਰ ਦੇ ਵਿੱਚ ਬਾਪੂ ਹੋਵੇ ਨਾ, ਪਿਤਾ ਜੀ ਹੋਣ, ਅਤੇ ਮੰਗਦੇ ਫਿਰੀਏ ਆਂਢ ਗਵਾਂਢ, ਕਿ ਉਹ ਅਗਲਾ ਪੁੱਛਦਾ ਤਾਂ ਹੈਗਾ ਹੀ ਹੈ ਨਾ, ਵੀ ਤੈਨੂੰ ਤੇਰਾ ਬਾਪੂ ਨਹੀਂ ਦਿੰਦਾ ਤੈਨੂੰ ਚੀਜ਼ਾਂ ਲੈ ਕੇ? ਤੇ ਕੀ ਕਹੋਗੇ? ਜੇ ਤੇ ਨਹੀਂ ਲੈ ਕੇ ਦਿੰਦਾ ਫਿਰ ਹੀ ਕਹੋਗੇ ਨਾ ਵੀ ਨਹੀਂ ਲੈ ਕੇ ਦਿੰਦਾ, ਅਤੇ ਜੇ ਲੈ ਕੇ ਦਿੰਦਾ ਤਾਂ ਫਿਰ ਕੀ ਕਹੋਗੇ? ਲੈ ਕੇ ਦਿੰਦਾ ਬਾਪੂ। ਅਤੇ ਜੇ ਇੱਥੋਂ ਛੱਡ ਕੇ ਹੋਰਾਂ ਤੋਂ ਮੰਗਦੇ ਫਿਰਦੇ ਹੋ, ਅਤੇ ਫਿਰ ਕੀ ਕਹੋਗੇ? ਵੀ ਮੇਰੇ ਬਾਪੂ ਕੋਲੇ ਦਾਤਾਂ ਹੈ ਨਹੀਂ ਗੀਆਂ, ਦੁੱਧ ਪੁੱਤ, ਕੋਠੀਆਂ ਕਾਰਾਂ ਬੰਗਲੇ, ਕਿ ਮੇਰੇ ਬਾਪੂ ਕੋਲੇ ਹੈ ਨਹੀਂ, ਦਿੰਦਾ ਨਹੀਂ। ਅਤੇ ਜਿਸ ਮਾਲਕ ਦੀ ਗੱਲ ਕਰਦੇ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨ, ਦਿੰਦੇ ਤੋਟ ਨਾ, ਦਿੰਦੇ ਤੋਟ ਨਾ ਅਗਣਤ ਭਰੇ। ਇੰਨੇ ਭੰਡਾਰੇ ਭਰੇ ਪਏ ਨੇ, ਦੁਨਿਆਵੀ ਦਾਤਾਂ ਜਿੰਨੀਆਂ ਮਰਜ਼ੀ, ਦਿੰਦਾ ਨਹੀਂ ਮਾਲਕ। ਸਭ ਕੁਝ ਦਿੰਦਾ ਹੈ, ਸਾਰਾ ਕੁਝ ਦੇਣਾ ਕਰਦਾ ਏ, ਪਰ ਆਪਣੇ ਮਾਲਕ ਨੂੰ ਛੱਡ ਕੇ, ਆਪਣੇ ਪਤੀ ਨੂੰ ਛੱਡ ਕੇ, ਆਪਣੇ ਮਾਲਕ ਨੂੰ ਛੱਡ ਕੇ ਇੱਧਰ ਉੱਧਰ ਨਾ ਭਟਕਦਾ ਫਿਰ, ਇੱਧਰ ਉੱਧਰ ਨਾ ਤੁਰਿਆ ਫਿਰ। ਮੇਰੇ ਪਾਤਸ਼ਾਹ ਜੀ ਕੀ ਫਰਮਾਨ ਕਰਦੇ ਨੇ, ਜਿਹੜੀਆਂ
ਆਪਣੇ ਮਾਲਕ ਤੋਂ ਬਾਹਰੀ ਨੇ, ਸਾਧ ਜਨਾਂ ਤੇ ਬਾਹਰੀ। ਜਿਵੇਂ ਆਪਾਂ ਕਈ ਵਾਰੀ ਇੱਕ ਸ਼ਬਦ ਵਰਤਦੇ ਹਾਂ ਵੀ ਹੁਣ ਇਹ ਤੇ ਮੇਰੇ ਤੋਂ ਬਾਹਰੀ ਹੋ ਗਈ ਹੈ, ਕਹਿ ਦਿੰਦੇ ਨਾ ਆਪਾਂ। ਬਾਹਰੀ ਦਾ ਮਤਲਬ ਕੀ ਭਾਵ ਵੀ ਮੇਰੇ ਹੁਣ ਆਖੇ ਨਹੀਂ ਲੱਗਦੀ, ਮੇਰੇ ਕਹੇ ਕਾਰ ਵਿੱਚ ਨਹੀਂ ਹੈ। ਮੰਨ ਲਓ ਮੇਰਾ ਪੁੱਤਰ ਹੀ ਹੈ, ਉਹ ਮੇਰੇ ਕਹੇ ਕਾਰ ਵਿੱਚ ਨਾ ਹੋਵੇ ਤੇ ਆਪਾਂ ਕੀ ਕਹਿੰਦੇ, ਇਹ ਮੇਰੇ ਤੋਂ ਬਾਹਰੀ ਹੋ ਗਿਆ। ਹੁਣ ਇੱਦਾਂ ਵਰਤਦੇ ਨਾ ਆਪਾਂ ਸ਼ਬਦ ਵੀ ਮੇਰੇ ਹੁਣ ਇਹ ਆਖੇ ਨਹੀਂ ਲੱਗਦਾ, ਮੇਰੇ ਕਹੇ ਕਾਰ ਵਿੱਚ ਨਹੀਂ ਆ ਭਾਈ, ਹੁਣ ਇਹ ਮੇਰੇ ਤੋਂ ਬਾਹਰੀ ਹੋ ਗਿਆ ਕਹਿੰਦੇ ਆਪਾਂ। ਤੇ ਜਿਹੜੀਆਂ ਆਪਣੇ ਗੁਰੂ ਤੋਂ ਬਾਹਰੀ ਹੋ ਗਈਆਂ, ਆਪਣੇ ਗੁਰੂ ਦੇ ਆਖੇ ਨਹੀਂ ਲੱਗਦੀਆਂ। ਗੁਰੂ ਕੁਝ ਕਹਿੰਦਾ ਏ ਤੇ ਅਸੀਂ ਕਰਦੇ ਕੁਝ ਆ। ਗੁਰੂ ਕੁਛ ਕਹਿ ਰਿਹਾ ਏ, ਅਸੀਂ ਵੈਸੇ ਤਾਂ ਅਸੀਂ ਗੁਰੂ ਦੀ ਸੁਣਦੇ ਹੀ ਨਹੀਂ। ਪਹਿਲੀ ਤੇ ਗੱਲ ਇਹ ਆ, ਤੁਸੀਂ ਤੇ ਭਾਗਾਂ ਵਾਲੇ ਹੋ, ਗੁਰਮੁਖ ਪਿਆਰਿਓ, ਤੁਸੀਂ ਗੁਰੂ ਦੀ ਸੁਣ ਰਹੇ ਹੋ। ਤੇ ਕੁਝ ਮੈਂ ਆਪਣੇ ਭਾਗ ਸਮਝਦਾ ਵਾਂ ਵੀ ਸੁਣਾਉਣ ਦਾ ਮੌਕਾ ਮਿਲ ਰਿਹਾ ਹੈ। ਤੇ ਨਹੀਂ ਤੇ ਬਹੁਤੇ ਤੇ ਗੁਰੂ ਦੀ ਸੁਣਦੇ ਨਹੀਂ, ਉਹਨਾਂ ਕੋਲ ਸਮਾਂ ਹੀ ਹੈ ਨਹੀਂ। ਜਿਹੜੇ ਗੁਰੂ ਤੋਂ ਬਾਹਰੀ ਹੋ ਗਏ ਨੇ, ਗੁਰੂ ਦੇ ਆਖੇ ਨਹੀਂ ਲੱਗਦੇ, ਗੁਰੂ ਦੇ ਬਚਨਾਂ ਅੰਦਰ ਨਹੀਂ ਚੱਲਦੇ, ਸੇ ਰਹਿਣ ਅਕੇਲੜੀਆਂ। ਪਾਤਸ਼ਾਹ ਜੀ ਕਹਿੰਦੇ ਉਹ ਇਕੱਲੀਆਂ ਰਹਿ ਜਾਂਦੀਆਂ ਨੇ, ਜਿਵੇਂ ਛੁੱਟੜ ਹੋਣ, ਨਾ ਪੇਕੇ ਘਰ ਵਿੱਚ ਢੋਈ ਤੇ ਨਾ ਸਹੁਰੇ ਘਰ ਵਿੱਚ ਢੋਈ। ਉਹਨਾਂ ਨੂੰ ਕਿਤੇ ਵੀ ਨਹੀਂ, ਲੋਕ ਪਰਲੋਕ ਹੀ ਵਿਗੜ ਜਾਂਦਾ ਉਹਨਾਂ ਦਾ। ਗੁਰਮੁਖ ਪਿਆਰਿਓ, ਅੱਜ ਦਾ ਸਮਾਂ ਵਿਗੜ ਗਿਆ, ਆਉਣ ਵਾਲਾ ਸਮਾਂ ਵੀ ਉਹਨਾਂ ਦਾ ਵਿਗੜ ਗਿਆ। ਤੇ ਪਾਤਸ਼ਾਹ ਜੀ ਕਹਿੰਦੇ ਨੇ, ਸਾਧ ਜਨਾਂ ਤੇ ਬਾਹਰੀ, ਸੇ ਰਹਿਣ ਅਕੇਲੜੀਆਂ। ਤਿੰਨ ਦੁੱਖ ਨਾ ਕਬੂ ਉਤਰੈ। ਜਿਹੜੀਆਂ ਬਾਹਰੀ ਹੋ ਗਈਆਂ ਨਾ, ਮਾਲਕ ਤੋਂ ਬਾਹਰੀ ਹੋ ਗਈਆਂ, ਗੁਰੂ ਦੇ ਬਚਨਾਂ ਅੰਦਰ ਨਹੀਂ ਚੱਲਦੀਆਂ। ਧਿਆਨ ਦੇ ਕੇ ਸੁਣਿਓ ਜੇ, ਥੋੜ੍ਹਾ ਜਿਹਾ ਤਵੱਜੋ ਦੇ ਕੇ। ਫਿਰ ਪਾਤਸ਼ਾਹ ਜੀ ਕੀ ਕਹਿੰਦੇ ਨੇ ਭਲਾ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿੰਨ ਦੁੱਖ ਨਾ ਕਬਹੂ ਉਤਰੈ। ਸਾਰੀ ਜ਼ਿੰਦਗੀ ਦੁੱਖਾਂ ਭਰੀ ਲੰਘਦੀ ਜੇ। ਜਿਹੜੀਆਂ ਆਪਣੇ ਪਤੀ ਤੋਂ ਵਿਛੜ ਜਾਂਦੀਆਂ, ਆਪਣੇ ਮਾਲਕ ਤੋਂ ਵਿਛੜ ਜਾਂਦੀਆਂ ਨੇ, ਸਾਰੀ ਜ਼ਿੰਦਗੀ ਉਹਨਾਂ ਦੀ ਦੁੱਖਾਂ ਭਰੀ ਲੰਘਦੀ ਜੇ। ਮੈਂ ਬੇਨਤੀ ਦੁਬਾਰਾ ਕਰ ਦੇਵਾਂ, ਇੱਥੇ ਸਾਡਾ ਪਤੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਾਡੇ ਇਸ ਪਤੀ ਦੀ ਗੱਲ ਹੋ ਰਹੀ ਹੈ, ਧਿਆਨ ਦੇ ਲਿਓ ਜੇ। ਮੈਂ ਦੁਬਾਰਾ ਬੇਨਤੀ ਕਰ ਦੇਵਾਂ, ਤਿੰਨ ਦੁੱਖ ਨਾ ਕਬਹੂ ਉਤਰੈ। ਸਾਰੀ ਜ਼ਿੰਦਗੀ ਦੁਖੀ, ਸਾਰੀ ਜ਼ਿੰਦਗੀ, ਤੇ ਅੰਤ ਸੇ ਜੰਮ ਕੇ ਵਸ ਪੜੀਆਂ। ਆਖਰ ਨੂੰ ਜੰਮ ਵੀ ਆਣ ਕੇ ਧੂ ਲੈਂਦੇ ਨੇ, ਜੰਮ ਵੀ ਆਣ ਕੇ ਘੇਰ ਲੈਂਦੇ ਨੇ। ਜਿਹੜੀਆਂ ਆਪਣੇ ਗੁਰੂ ਦੇ ਗਿਆਨ ਨਾਲੋਂ ਵਿਛੜ ਜਾਂਦੀਆਂ ਨੇ, ਪੰਜ ਜੰਮ ਉਹਨਾਂ ਨੂੰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਉਹਨਾਂ ਤੇ ਆਣ ਕੇ ਭਾਰੂ ਹੋ ਜਾਂਦੇ ਨੇ, ਚੰਬੜ ਜਾਂਦੇ ਨੇ ਉਹਨਾਂ ਨੂੰ। ਜਿਹੜੀਆਂ ਗੁਰੂ ਤੋਂ ਬਾਹਰੀ ਹੋ ਗਈਆਂ, ਗੁਰੂ ਦੇ ਗਿਆਨ ਨਾਲੋਂ ਟੁੱਟ ਗਈਆਂ, ਜਿਹੜੀਆਂ ਗੁਰੂ ਦੇ ਬਚਨਾਂ ਅੰਦਰ ਨਹੀਂ ਚੱਲਦੀਆਂ, ਜਿਹੜੀਆਂ, ਉਹਨਾਂ ਨੂੰ ਪੰਜ ਜਿਹੜੇ ਨੇ ਨਾ ਜੰਮ, ਉਹ ਵੀ ਆਣ ਕੇ ਘੇਰ ਲੈਂਦੇ ਨੇ। ਫਿਰ ਗੁਰਮੁਖ ਪਿਆਰਿਓ, ਤੇ ਜਿੰਨੀ ਪਾਤਸ਼ਾਹ ਜੀ ਫਰਮਾਨ ਕਰਕੇ ਸਾਨੂੰ ਸਮਝਾਉਂਦੇ ਨੇ, ਫਿਰ ਜਿਹੜੀਆਂ ਜੁੜ ਗਈਆਂ, ਧਿਆਨ ਦਿਓ ਜੇ। ਜਿੰਨੀ ਰਾਵਿਆ ਪ੍ਰਭ ਆਪਣਾ। ਪਾਤਸ਼ਾਹ ਜੀ ਕਹਿੰਦੇ ਜਿਹੜੀਆਂ ਆਪਣੇ ਮਾਲਕ ਨਾਲ ਜੁੜ ਗਈਆਂ, ਸਿਮਰ ਲਿਆ ਜਿਨ੍ਹਾਂ ਨੇ, ਮੰਨ ਲਈ ਜਿਨ੍ਹਾਂ ਨੇ ਆਖੀ, ਜਿਨ੍ਹਾਂ ਨੇ ਸਿਮਰ ਲਿਆ ਉਸ ਮਾਲਕ ਨੂੰ, ਜਿੰਨੀ ਰਾਵਿਆ ਪ੍ਰਭ ਆਪਣਾ। ਫਿਰ ਸੇ ਦਿਸਣ ਨਿਤ ਖੜੀਆਂ। ਉਹ ਤੇ ਹਰ ਵਕਤ ਆਪਣੇ ਮਾਲਕ ਕੋਲੇ ਖੜੀਆਂ ਨੇ, ਆਪਣੇ ਪਤੀ ਕੋਲੇ ਖੜੀਆਂ ਨੇ। ਫਿਰ ਉਹ ਭਾਵੇਂ ਰਿਸ਼ਤੇਦਾਰੀ ਦੇ ਵਿੱਚ ਵਿਆਹ ਸ਼ਾਦੀ ਵੀ ਗਈਆਂ ਹੋਣ, ਪਰ ਆਪਣੇ ਮਾਲਕ ਨੂੰ ਨਹੀਂ ਭੁਲਾਉਂਦੀਆਂ। ਮੇਰਾ ਪਤੀ ਮੇਰੇ ਕੋਲ ਹੈ। ਵੇਖੋ, ਇੱਕ ਇਸਤਰੀ ਹੈ, ਉਹਦਾ ਪਤੀ ਭਾਵੇਂ 7 ਸਮੁੰਦਰਾਂ ਤੋਂ ਪਾਰ ਵੀ ਵਸਦਾ। ਇੱਕ ਗਵਾਂਢਣ ਆਣ ਕੇ ਕਹਿੰਦੀ ਏ, ਚੱਲ ਨੀ ਭੈਣੇ, ਆਪਾਂ 4 ਦਿਨ ਨਾ ਫਲਾਣੇ ਪਿੰਡ ਰਹਿ ਕੇ ਆਉਣਾ ਏ। ਉਹ ਕਹਿੰਦੀ, ਚਲੇ ਮੈਂ ਜਾਊਂਗੀ, ਪਰ ਮੈਨੂੰ ਆਪਣੇ ਪਤੀ ਨੂੰ ਪੁੱਛ ਲੈਣ ਦੇ। ਜੇ ਮੇਰੇ ਪਤੀ ਨੂੰ ਪਤਾ ਲੱਗ ਗਿਆ ਵੀ ਮੈਨੂੰ ਪੁੱਛਣ ਤੋਂ ਬਗੈਰ ਹੀ ਗਈ, ਤੇ ਨਾਰਾਜ਼ ਨਾ ਹੋ ਜੇ, ਕਿਤੇ ਮੇਰੇ ਨਾਲ ਗੁੱਸੇ ਨਾ ਹੋਵੇ। ਜਿਹੜੀ ਸਤਵੰਤੀ ਔਰਤ ਹੈ, ਇੱਦਾਂ ਹੀ ਹੈ ਨਾ। ਤੇ ਜਿਹੜੀ ਕਹਿੰਦੀ ਕੋਈ ਗੱਲ ਨਹੀਂ, ਪਹਿਲੀ ਤਾਂ ਗੱਲ ਉਹਨੂੰ ਪਤਾ ਨਹੀਂ ਲੱਗਣ ਦੇਣਾ, ਲਾਗੇ ਵੀ ਜਾਊ ਤੇ ਉਹ ਮੈਨੂੰ ਕੀ ਕਰ ਲੂ, ਮਾਫ ਕਰ ਦਿਓ ਜੇ। ਇੱਦਾਂ ਹੀ ਹੈ ਨਾ, ਮੈਨੂੰ ਕੀ ਕਰ ਲੂਗਾ। ਮੇਰੇ ਪੇਕਿਆਂ ਦਾ ਪਤਾ, ਮੇਰੇ ਭਰਾਵਾਂ ਦਾ ਪਤਾ, 100 ਕਿੱਲੇ ਦੀ ਮਾਲਕ ਹਾਂ ਮੈਂ। ਇੱਦਾਂ ਵੀ ਹੁੰਦਾ ਨਾ, ਮੇਰੇ ਭਰਾ, ਮੇਰੇ ਭੈਣ ਭਰਾ। ਸੋ ਜਿਹੜੀ ਸਤਵੰਤੀ ਹੈ ਔਰਤ, ਉਹ ਕਹਿੰਦੀ ਮੈਂ ਆਪਣੇ ਪਤੀ ਦੇ ਪੁੱਛਣ ਤੋਂ ਬਗੈਰ ਭੈਣੇ ਤੇਰੇ ਨਾਲ ਜਾ ਨਹੀਂ ਸਕਦੀ। ਇੱਦਾਂ ਹੀ ਹੈ ਨਾ, ਆਪਣੇ ਪਤੀ ਨੂੰ ਪੁੱਛ ਕੇ ਜਾਊਂਗੀ। ਜੇ ਪਤੀ ਕਹਿ ਦੇਵੇ ਵੀ ਚਲੇ ਜਾ,
ਫਿਰ ਉਹ ਚਲੇ ਜਾਂਦੀ। ਜੇ ਪਤੀ ਕਹਿੰਦਾ ਨਾ 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 ਆਪਾਂ ਨਹੀਂ ਜਾਣਾ ਕਿਤੇ, ਆਪਣੇ ਘਰੇ ਰਹਿ ਕੰਮ ਕਰ ਆਪਣੇ ਘਰ ਦਾ, ਉਹ ਕਹਿੰਦੀ ਮੈਂ ਨਹੀਂ ਜਾਣਾ, ਮੇਰੇ ਪਤੀ ਨੇ ਨਾ ਕਰ ਦਿੱਤੀ, ਮੈਂ ਨਹੀਂ ਜਾਣਾ। ਜੇ ਤੇ ਗੁਰੂ ਜਿੱਧਰ ਸਾਨੂੰ ਹੁਕਮ ਕਰਦਾ ਵੀ ਜਾਓ ਚਲੇ ਜਾਈਏ, ਜਿੱਥੋਂ ਗੁਰੂ ਸਾਹਿਬ ਜੀ ਡੱਕ ਦੇਵੇ ਉੱਥੇ ਡੱਕੇ ਰਹਿਣਾ ਚਾਹੀਦਾ ਨਹੀਂ ਫਿਰ ਸਾਨੂੰ। ਅਸੀਂ ਵਿਦ ਕੇ ਜਾਂਦੇ ਹਾਂ, ਅਸੀਂ ਉਧਰ ਨਾਲ ਗੁਰੂ ਸਾਹਿਬ ਜੀ ਸਾਨੂੰ ਡੱਕਦੇ ਨਾ। ਆਪਾਂ ਅੱਜ ਦਿਨੇ ਵੀ ਗੱਲ ਕੀਤੀ ਸੀ, ਦੁਬਦਾ ਨਾ ਪੜੋ ਹਰ ਬਿਨ ਹੋਰ, ਨਾ ਪੂਜੋ ਕੋਏ ਮੜੇ ਮਸਾਨ, ਡੱਕਦੇ ਆ ਨਾ ਫਿਰ। ਤੇ ਅਸੀਂ ਮੜੀਆਂ ਤੇ ਉਹਨੂੰ ਵੀ ਲੈ ਗਏ ਬਾਪੂ ਨੂੰ ਵੀ ਤੂੰ ਸਾਨੂੰ ਡੱਕਦਾ, ਚੱਲ ਤੈਨੂੰ ਵੀ ਲੈ ਕੇ ਚੱਲੀਏ ਮੜੀਆਂ ਤੇ ਜਾ ਕੇ ਉੱਥੇ ਪ੍ਰਕਾਸ਼ ਕਰਾ ਤੇ ਅਖੰਡ ਪਾਠਾਂ ਦੇ, ਤੂੰ ਡੱਕਦਾ ਨਾ ਸਾਨੂੰ, ਚੱਲ ਤੈਨੂੰ ਵੀ ਲੈ ਚੱਲਦੇ ਆ। ਇੱਦਾਂ ਹੋਈ ਨਾ। ਫਿਰ ਕਹਿੰਦੇ ਜੀ ਕਮੇਟੀਆਂ ਮਾੜੀਆਂ ਨੇ, ਕੋਈ ਸਤਿਕਾਰ ਕਮੇਟੀਆਂ ਦਾ ਵਿਰੋਧ ਕਰੀ ਜਾਂਦਾ ਕੋਈ। ਕਹਿੰਦੇ ਜੇ ਗੁਰੂ ਡੱਕ ਰਿਹਾ ਏ, ਜੇ ਗੁਰੂ ਡੱਕ ਰਿਹਾ, ਫਿਰ ਇੱਕ ਹੋਰ ਗੱਲ ਆ ਜਾਂਦੀ ਜੀ, ਵੇਖੋ ਸ਼ਰਧਾ ਵਾ ਜੀ। ਗੁਰਮੁਖ ਪਿਆਰਿਓ, ਮੈਂ ਨਾ ਸੰਤ ਮਸਕੀਨ ਸਿੰਘ ਜੀ ਦੀ ਕਿਤਾਬ ਪੜ੍ਹ ਰਿਹਾ ਸੀਗਾ, ਜਿਹੜਾ ਇੱਕ ਬੋਧ ਧਰਮ ਹੈ ਨਾ, ਬੋਧ ਧਰਮ ਸੁਣਿਆ ਹੋਵੇਗਾ ਤੁਸੀਂ ਸਾਰਿਆਂ ਨੇ। ਬੋਧ ਧਰਮ ਕੋਈ ਸਮਾਂ ਸੀਗਾ ਇਸ ਹਿੰਦੁਸਤਾਨ ਦੀ ਧਰਤੀ ਤੇ ਬੋਧ ਧਰਮ ਦਾ ਬੜਾ ਪ੍ਰਚਾਰ ਸੀਗਾ। 90% ਬੋਧ ਧਰਮ ਸੀ ਇੱਥੇ, 90%। ਬਾਕੀ ਹਿੰਦੂ ਧਰਮ, ਮੁਸਲਮਾਨ ਧਰਮ, ਬਾਕੀ ਈਸਾਈ ਧਰਮ, ਇਹ ਤੇ ਨਾਮ ਮਾਤਰ ਸੀਗੇ। ਇੱਥੇ ਬੋਧ ਧਰਮ ਦਾ ਬੜਾ ਵੱਡਾ ਇੱਥੇ ਬੋਲਬਾਲਾ ਸੀਗਾ ਇਸ ਧਰਤੀ, ਭਾਰਤ ਦੀ ਧਰਤੀ ਤੇ, ਭਾਰਤ ਦੀ ਧਰਤੀ ਤੇ। ਪਰ ਵਿਪਰਵਾਦ ਨੇ ਕੀ ਕੀਤਾ? ਵਿਪਰਵਾਦ ਨੇ ਬੋਧ ਧਰਮ ਨੂੰ ਖਤਮ ਕਰਕੇ ਰੱਖ ਦਿੱਤਾ। ਅੱਜ ਭਾਰਤ ਦੀ ਧਰਤੀ ਦੇ ਬੋਧ ਧਰਮ ਜਿਹੜਾ ਉਹ ਲੂਣ ਮਾਤਰ ਹੈ, ਬਾਕੀ ਤੁਸੀਂ ਦੇਖਦੇ ਹੀ ਹੋ। ਉਹ ਖਤਮ ਵੀ ਇਸੇ ਤਰੀਕੇ ਨਾਲ ਹੋਇਆ ਜਿਹੜਾ ਤਰੀਕਾ ਇਹਨਾਂ ਨੇ ਸਿੱਖਾਂ ਵਾਸਤੇ ਵਰਤਣ ਦਾ ਯਤਨ ਕੀਤਾ ਸੀ। ਪਰ ਸਿੱਖ ਸੁਚੇਤ ਸੀ। ਮੈਂ ਉਹਨਾਂ ਦੀ ਕਿਤਾਬ ਪੜ੍ਹ ਰਿਹਾ ਸੀਗਾ, ਦਿੱਲੀ ਦੇ ਵਿੱਚ ਉਹਨਾਂ ਨੇ ਇੱਕ ਨਾ ਪਰੰਪਰਾ ਚਲਾਈ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜਿਹੜਾ ਅਸੀਂ ਆਪਣੇ ਮੰਦਰਾਂ ਦੇ ਵਿੱਚ ਕਰਨਾ ਹੈ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਸੀਂ ਮੰਦਰਾਂ 'ਚ ਕਰਨਾ ਹੈ। ਜੇ ਤੁਹਾਡਾ ਸਿੱਖਾਂ ਦਾ ਗੁਰੂ ਹੈ ਤੇ ਕਹਿੰਦੇ ਸਾਡਾ ਵੀ ਗੁਰੂ ਹੈ, ਅਸੀਂ ਮੰਦਰਾਂ 'ਚ ਪ੍ਰਕਾਸ਼ ਕਰਾਂਗੇ, ਅਸੀਂ ਵੀ ਮੱਥਾ ਟੇਕਣਾ ਵਾ। ਜਦੋਂ ਉਹਨਾਂ ਨੇ, ਇਹ ਤੇ ਸੁਚੇਤ ਸੀ ਸਿੱਖ ਉਸ ਸਮੇਂ ਦੇ, ਸੰਤ ਮਸਕੀਨ ਸਿੰਘ ਵਰਗੇ, ਉਹਨਾਂ ਨੇ ਉਸੇ ਵੇਲੇ ਗੱਲ ਉਠਾਈ, ਸਮਝਦੇ ਸਨ, ਵਿਵੇਕ ਬੁੱਧੀ ਵਾਲੇ ਸਨ। ਹੁਕਮਨਾਮਾ ਜਾਰੀ ਹੋਇਆ 2004 ਦੇ ਵਿੱਚ ਵੀ ਜਿੱਥੇ ਇੱਕ ਦੀ ਪੂਜਾ ਹੋ ਰਹੀ ਹੈ ਉੱਥੇ ਦੂਜੇ ਦੀ ਪੂਜਾ ਨਹੀਂ ਹੋਵੇਗੀ। ਜਿੱਥੇ ਇੱਕ ਪਹਿਲਾਂ ਹੀ ਪੂਜਾ ਜਾ ਰਿਹਾ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਹੀਂ ਜਾਣਗੇ। ਹੋਣਾ ਕੀ ਸੀਗਾ, ਜਿਵੇਂ ਬੋਧ ਧਰਮ ਦੇ ਨਾਲ ਹੋਇਆ, ਗੁਰੂ ਸਾਹਿਬ ਜੀ ਪ੍ਰਕਾਸ਼ ਕਰ ਲੈਣੇ ਸੀਗੇ ਤੇ ਅਸੀਂ ਸਾਰਿਆਂ ਨੇ ਗੁਰੂ ਦੇ ਪਿੱਛੇ ਲੱਗ ਕੇ ਉੱਥੇ ਜਾਣਾ ਸ਼ੁਰੂ ਕਰ ਦੇਣਾ ਸੀਗਾ। ਜਾਣਾ ਸ਼ੁਰੂ ਕਰ, ਜਿੱਥੇ ਅਸੀਂ ਇਹਨੂੰ ਮੱਥਾ ਟੇਕਦੇ ਉੱਥੇ ਨਾਲ ਮੂਰਤੀ ਨੂੰ ਮੱਥਾ ਵੀ ਟੇਕਣਾ ਸੀਗਾ ਅਸੀਂ, ਤੇ ਸਾਡੇ ਨਾਲ ਸਾਡੇ ਬੱਚੇ ਵੀ ਜਾਣੇ ਸੀਗੇ। ਹੁਣ ਉਹਨਾਂ ਨੂੰ ਵਿਚਲੀ ਗੱਲ ਦਾ ਨਹੀਂ ਪਤਾ, ਉਹਨਾਂ ਨੇ ਕਹਿਣਾ ਸੀ ਸ਼ਾਇਦ ਸਾਰਾ ਕੁਝ ਇੱਕ ਹੀ ਆ, ਹੋ ਸਕਦਾ ਆਪਾਂ ਨਾ ਟੇਕਦੇ, ਪਰ ਬੱਚਿਆਂ ਨੂੰ ਤਾਂ ਨਹੀਂ ਨਾ, ਬੱਚਿਆਂ ਨੇ ਤਾਂ ਟੇਕਣਾ ਸ਼ੁਰੂ ਕਰ। ਆਉਣ ਵਾਲੇ 10, 20, 50 ਸਾਲਾਂ ਤੱਕ ਗੁਰੂ ਗ੍ਰੰਥ ਸਾਹਿਬ ਉੱਥੋਂ ਚੱਕ ਲਿਆ ਜਾਣਾ ਸੀਗਾ ਤੇ ਸਾਡੇ ਬੱਚੇ ਮੂਰਤੀਆਂ ਦੇ ਨਾਲ ਜੁੜ ਜਾਣੇ ਸੀਗੇ। ਸਿਆਸਤ ਬੜੀ ਤਗੜੀ ਹੈ, ਚਾਲ ਬੜੀ ਤਗੜੀ ਹੈ, ਪਰ ਸਿੱਖ ਨੂੰ ਸੁਚੇਤ ਹੋਣਾ ਪਵੇਗਾ, ਸਿੱਖ ਨੂੰ ਜਾਗਣਾ ਪਵੇਗਾ, ਸਿੱਖ ਨੂੰ ਸਮਝਣਾ ਪਵੇਗਾ, ਸੁਚੇਤ ਹੋ ਕੇ ਚੱਲਣਾ ਪਵੇਗਾ ਸਿੱਖ ਨੂੰ। ਚਲੋ ਖੈਰ, ਸਮਾਂ ਆਪਣੇ ਕੋਲੇ ਸੀਮਿਤ ਜਾਈਏ। ਸਤਿਗੁਰੂ ਜੀ ਕਿਰਪਾ ਕਰਨ, ਮੇਰੇ ਪਾਤਸ਼ਾਹ ਜੀ ਫਰਮਾਨ ਕਰਕੇ ਸਾਨੂੰ ਸਮਝਾਉਂਦੇ ਨੇ, ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆਂ। ਜਿਨ੍ਹਾਂ ਨੇ ਆਪਣੇ ਪਰਮੇਸ਼ਰ ਵਾਹਿਗੁਰੂ ਨੂੰ ਸਿਮਰਿਆ, ਉਹ ਨਿਤ ਮਾਲਕ ਨੂੰ ਹਾਜ਼ਰ ਨਾਜ਼ਰ ਸਮਝਦੀਆਂ ਨੇ। ਉਹਦੇ ਨਾਲ ਕਿਤੇ ਵੀ ਹੋਣ, ਕਿਤੇ ਵਿਆਹ ਸ਼ਾਦੀ ਗਈਆਂ ਨੇ, ਕਿਤੇ ਕੋਈ ਪ੍ਰੋਗਰਾਮ ਵਿੱਚ ਗਏ ਨੇ, ਪਰ ਉਹ ਆਪਣੇ ਮਾਲਕ ਨੂੰ ਹਾਜ਼ਰ ਨਾਜ਼ਰ ਸਮਝਦੇ ਨੇ ਵੀ ਮੇਰਾ ਪਤੀ ਮੇਰੇ ਬਿਲਕੁਲ ਨਾਲ ਹੈ। ਅਸੀਂ ਕਈ ਵਾਰੀ ਨਾ ਇੱਥੇ ਗੁਰੂ ਘਰ ਇਹ ਸਮਝਦੇ ਵੀ ਮੇਰਾ ਗੁਰੂ ਗ੍ਰੰਥ ਸਾਹਿਬ ਹਾਜ਼ਰ ਨਾਜ਼ਰ ਹੈ। ਜਦੋਂ ਗੁਰਦੁਆਰਾ ਸਾਹਿਬ ਤੋਂ ਬਾਹਰ ਗਏ ਤੇ ਬੰਦਾ ਉਸੇ ਤਰੀਕੇ ਨਾਲ ਚੁਗਲੀ, ਨਿੰਦਿਆ, ਹੇਰਾ ਫੇਰੀ, ਚੋਰੀ, ਨਸ਼ਾ, ਸਭ ਕੁਝ ਜਿਉਂਦਾ ਤਿਉਂ ਹੀ ਹੈ ਨਾ। ਜਦੋਂ ਹੀ ਇੱਥੋਂ ਬਾਹਰ ਚਲੇ ਗਿਆ ਤੇ ਜਦੋਂ ਗੁਰੂ ਕੋਲੇ ਫਿਰ ਸਾਨੂੰ ਹੁੰਦਾ ਵੀ ਫਿਰ ਨੱਕ ਵੀ ਵੱਧ ਰਗੜਦੇ ਵੀ ਡਰ ਜਾ ਰੱਖਦੇ ਪਿੱਛੇ, ਹੈ ਨਾ। ਪਰ ਨਹੀਂ, ਜਦੋਂ ਅਸੀਂ ਘਰੇ ਵੀ ਚਲੇ ਗਏ ਤਾਂ ਵੀ ਇਸ ਮਾਲਕ ਨੂੰ, ਆਪਣੇ ਪਤੀ ਨੂੰ ਹਾਜ਼ਰ ਨਾਜ਼ਰੀ ਰੱਖਣਾ ਵੀ ਇਹ ਮੇਰਾ ਮਾਲਕ ਮੇਰੇ ਨਾਲ ਮੌਜੂਦ ਹੈ, ਹਾਜ਼ਰ ਹੈ, ਮੇਰੇ ਨਾਲ ਕੋਈ ਗੁਰਮੁਖ ਪਿਆਰਾ ਸੀ ਨਾ, ਤੇ ਉਹਦੇ ਕੋਲ 2 ਨੌਜਵਾਨ ਆ ਗਏ। 2 ਨੌਜਵਾਨ ਕਹਿੰਦੇ ਜੀ ਸਾਨੂੰ ਵੀ ਸਾਧ ਬਣਾ ਦਿਓ, ਸਾਨੂੰ ਵੀ ਰੱਬ ਨਾਲ ਮਿਲਾ ਦਿਓ। ਉਹ ਕਹਿੰਦਾ ਚਲੋ ਆ ਜਾਓ। ਪਿਛਲੇ ਸਮੇਂ ਦੇ ਵਿੱਚ ਇੱਦਾਂ ਹੁੰਦਾ ਸੀਗਾ, ਚੇਲੇ ਬਣਾ ਲੈਣੇ।
ਤੇ ਉਹਨੇ ਜੀ ਆਪਣੇ 2 ਚੇਲੇ ਧਾਰਨ ਕਰ ਲਏ। ਸਮਾਂ ਬਤੀਤ ਹੋਇਆ, ਕੋਈ ਸਾਲ ਡੇਢ 2 ਸਾਲ ਬਤੀਤ ਹੋਏ। ਉਹਨੇ ਕਿਹਾ ਇਹਨਾਂ ਦਾ ਟੈਸਟ ਹੀ ਲੈ ਲਈਏ, ਵੇਖ ਤੇ ਲਈਏ ਵੀ ਹੁਣੇ ਹਾਜ਼ਰ ਨਾਜ਼ਰ ਰੱਬ ਨੂੰ ਮਹਿਸੂਸ ਵੀ ਕਰਦੇ ਆ ਕਿ ਨਹੀਂ ਕਰਦੇ। ਉਹਨੇ ਦੋਨਾਂ ਦੇ ਹੱਥਾਂ ਦੇ ਵਿੱਚ ਨਾ ਜਿਉਂਦੇ ਪੰਛੀ ਫੜਾ ਦਿੱਤੇ, ਦੋਨਾਂ ਦੇ ਹੱਥ ਵਿੱਚ, ਤੇ ਦੋਨਾਂ ਨੂੰ ਕਹਿੰਦਾ ਸਾਧ, ਉਹ ਕਹਿੰਦਾ ਜਾਓ ਇਹਨੂੰ ਲੈ ਜਾਓ ਇਹਨਾਂ ਨੂੰ ਤੇ ਉੱਥੇ ਮਾਰ ਕੇ ਲਿਆਇਓ ਜਿੱਥੇ ਤੁਹਾਨੂੰ ਕੋਈ ਵੇਖੇ ਨਾ। ਇੱਕ ਨੂੰ ਚੜ੍ਹਦੇ ਨੂੰ ਤੋਰ ਦਿੱਤਾ, ਇੱਕ ਨੂੰ ਲਹਿੰਦੇ ਨੂੰ ਤੋਰ ਦਿੱਤਾ। ਇੱਕ ਥੋੜ੍ਹੀ ਜਿਹੀ ਦੂਰ ਗਿਆ, ਉਹਨੇ ਝਾੜੀਆਂ ਦੇਖੀਆਂ ਤੇ ਉਹਦੀ ਪੰਛੀ ਦੀ ਮਰੋੜੀ ਧੌਣ ਵਾਪਸ ਆ ਗਿਆ। ਕਹਿੰਦਾ ਜੀ ਮੈਨੂੰ ਕਿਸੇ ਨੇ ਨਹੀਂ ਵੇਖਿਆ ਜੇ, ਤੇ ਮੈਂ ਆ ਵੀ ਪਹਿਲਾਂ ਗਿਆ ਜੇ। ਦੂਜੇ ਨੂੰ 2-3 ਦਿਨ ਬਤੀਤ ਹੋ ਗਏ, ਉਹ ਵਾਪਸ ਹੀ ਨਾ ਆਇਆ। ਚੌਥੇ ਪੰਜਵੇਂ ਦਿਨ ਜਦੋਂ ਆਇਆ ਤੇ ਪੰਛੀ ਜਿਉਂਦਾ ਹੀ ਲੈ ਆਇਆ। ਉਹ ਰੱਬ ਦਾ ਪਿਆਰਾ ਕਹਿੰਦਾ ਤੂੰ ਨਹੀਂ ਮਾਰਿਆ ਓਏ। ਕਹਿੰਦਾ ਆ ਦੇਖ, ਇਹ ਤੇ ਉਸੇ ਵੇਲੇ ਮੋੜ ਆਇਆ ਸੀ 15 ਮਿੰਟਾਂ, ਜਿਹਨੂੰ ਦੇਖਿਆ ਵੀ ਕਿਸੇ ਨੇ ਨਹੀਂ, ਤੂੰ ਨਹੀਂ ਮਾਰ ਕੇ ਲਿਆਇਆ। ਉਹ ਕਹਿੰਦਾ ਮਹਾਰਾਜ ਜਿੱਥੇ ਵੀ ਮੈਂ ਜਾਂਦਾ ਸੀ ਨਾ ਤੇ ਇਹਨੂੰ ਮਾਰਨ ਲੱਗਦਾ ਸੀ, ਤੇ ਬੰਦਾ ਤੇ ਭਾਵੇਂ ਮੈਨੂੰ ਕੋਈ ਨਹੀਂ ਸੀ ਵੇਖਦਾ, ਪਰ ਮੈਨੂੰ ਰੱਬ ਦੇਖਦਾ ਸੀ, ਪਰ ਮੈਨੂੰ ਵਾਹਿਗੁਰੂ ਦੇਖਦਾ ਸੀ, ਪਰ ਮੈਨੂੰ ਪਰਮੇਸ਼ਰ ਦੇਖਦਾ ਸੀ। ਉਹ ਰੱਬ ਦਾ ਪਿਆਰਾ ਕਹਿੰਦਾ ਆ ਜਾ, ਤੂੰ ਪਾਸ ਹੋ ਗਿਆ। ਇਹੀ ਤੇ ਗੱਲ ਮਹਿਸੂਸ ਕਰਨ ਵਾਲੀ ਸੀ ਵੀ ਰੱਬ ਹਾਜ਼ਰ ਨਾਜ਼ਰ ਹੈ। ਇਕੱਲਾ ਗੁਰਦੁਆਰੇ ਥੋੜ੍ਹੀ ਹਾਜ਼ਰ ਹੈ, ਸਾਡੇ ਘਰਾਂ ਦੇ ਵਿੱਚ ਵੀ ਹੈ, ਸਾਡੇ ਇੱਥੇ ਹਿਰਦਿਆਂ ਵਿੱਚ ਬੈਠਾ ਹੋਇਆ ਏ, ਗਲੀ ਮੁਹੱਲਿਆਂ ਵਿੱਚ ਬੈਠਾ ਹੋਇਆ ਏ ਰੱਬ। ਅਸੀਂ ਇੱਥੇ ਹੀ ਮਹਿਸੂਸ ਕਰਦੇ ਹਾਂ ਵੀ ਰੱਬ ਇੱਥੇ ਹੀ ਹੈ। ਇੱਕ ਮੈਂ ਬੇਨਤੀ ਹੋਰ ਕਰ ਦੇਵਾਂ, ਮੇਰੀਓ ਮਾਵਾਂ, ਮੇਰੀਓ ਭੈਣੋ, ਮੇਰੀਓ ਬੱਚੀਓ, ਮੈਂ ਵੇਖੋ ਮੇਰਾ ਨਾ ਫੇਸ ਤੁਹਾਡੇ ਵੱਲ ਹੈ। ਕਈ ਵਾਰੀ ਨਾ ਮੈਂ ਚਲੋ ਇੱਥੇ ਪਤਾ ਨਹੀਂ, ਤੁਸੀਂ ਬਹੁਤ ਸਮਝਦਾਰ ਹੋ। ਕਈ ਵਾਰੀ ਪਤਾ ਕੀ ਹੁੰਦਾ, ਕੁਝ ਬੰਦਿਆਂ ਦੀ ਨਾ ਹੁੰਦਾ ਵੀ ਬਾਬਾ ਜੀ ਕਿ ਸਾਡੇ ਵੱਲੇ ਵੇਖ ਕੇ ਕਥਾ ਕਰਦੇ ਸੀ, ਇੱਦਾਂ ਵੀ ਹੁੰਦਾ। ਮੈਂ ਇੱਦਾਂ ਵੀ ਬਹੁਤ ਸੁਣਨ ਵਿੱਚ ਆਇਆ। ਮੇਰੀਆਂ ਤੁਸੀਂ ਮਾਵਾਂ ਹੋ, ਮੇਰੀਆਂ ਭੈਣਾਂ ਨੇ, ਮੇਰੀਆਂ ਬੱਚੀਆਂ ਨੇ, ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ। ਪਾਤਸ਼ਾਹ ਨੇ ਦੇਖਣ ਤੋਂ ਮਨਾਹੀ ਨਹੀਂ ਕੀਤੀ ਗੁਰਬਾਣੀ। ਸਤਿਗੁਰੂ ਕਹਿੰਦੇ ਦੇਖ ਅੱਖਾਂ ਦੇਖਣ ਵਾਸਤੇ ਹੀ ਹੈ। ਇਹ ਅੱਖਾਂ ਮਾਂ ਨੂੰ ਨਹੀਂ ਦੇਖਦੀਆਂ, ਇਹ ਅੱਖਾਂ ਭੈਣ ਨੂੰ ਨਹੀਂ ਦੇਖਦੀਆਂ, ਇਹ ਅੱਖਾਂ ਆਪਣੀ ਬੱਚੀ ਨੂੰ ਨਹੀਂ ਦੇਖਦੀਆਂ। ਅੱਖਾਂ ਤੇ ਉਹੀ ਹੈ ਨਾ, ਨਜ਼ਰ ਤੇ ਉਹੀ ਹੈ, ਨਜ਼ਰੀਆ ਚੇਂਜ ਹੁੰਦਾ ਬੰਦੇ ਦਾ, ਨਜ਼ਰ ਤੇ ਉਹੀ ਹੈ ਨਾ। ਦੇਖਣ ਤੋਂ ਥੋੜ੍ਹੀ ਮਨਾਹੀ ਕੀਤੀ, ਅੱਖਾਂ ਭੈਣ ਨੂੰ ਵੀ। ਅੱਖਾਂ ਦੇਖਣ ਤੋਂ ਮਨਾਹੀ ਨਹੀਂ ਪਾਤਸ਼ਾਹ ਨੇ ਕੀਤੀ, ਕਹਿੰਦੇ ਦੇਖ, ਪਰ ਇਸ ਨਜ਼ਰੀਏ ਨਾਲ ਦੇਖੀ ਵੀ ਜਿਹੜੀਆਂ ਤੇਰੇ ਤੋਂ ਵੱਡੀਆਂ ਉਹਨੂੰ ਤੇਰੀਆਂ ਮਾਵਾਂ ਨੇ, ਜਿਹੜੀਆਂ ਤੇਰੀ ਬਰਾਬਰ ਦੀਆਂ ਨੇ ਉਹ ਤੇਰੀਆਂ ਭੈਣਾਂ ਨੇ, ਜਿਹੜੀਆਂ ਤੇਰੀ ਉਮਰ ਤੋਂ ਛੋਟੀਆਂ ਨੇ ਉਹ ਤੇਰੀਆਂ ਬੱਚੀਆਂ ਨੇ। ਇਸ ਨਜ਼ਰੀਏ ਨਾਲ ਦੇਖੀ। ਮੈਂ ਤਾਂ ਬੇਨਤੀ ਕਰ ਦੇਵਾਂ, ਕਈ ਵਾਰੀ ਹੁੰਦਾ ਹੈ ਇੱਦਾਂ ਦਾ ਵੀ, ਕਈ ਵਾਰੀ ਪਤਾ ਨਹੀਂ ਕਿੱਦਾਂ ਦੇ ਬੰਦੇ ਵੱਖਰੇ ਤਰ੍ਹਾਂ ਦੇ, ਹਰ ਤਰ੍ਹਾਂ ਦਾ ਹੁੰਦਾ ਹੈ ਨਾ, ਅੰਦਰ ਖਿਆਲ ਪੈਦਾ ਹੋ ਜਾਂਦੇ ਨੇ। ਸੋ ਖੈਰ ਸਤਿਗੁਰੂ ਕਿਰਪਾ ਕਰਨ। ਮੇਰੇ ਪਾਤਸ਼ਾਹ ਜੀ ਕੀ ਫਰਮਾਨ ਕਰਦੇ ਨੇ ਵੀ ਰੱਬ ਨੂੰ ਹਰ ਵਕਤ ਹਾਜ਼ਰ ਨਾਜ਼ਰ ਸਮਝਣਾ ਹੈ, ਹਰ ਵਕਤ ਮੌਜੂਦ। ਕਿਤੇ ਵੀ ਚਲਿਆ ਜਾਵੇਂ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਸਮਝੀ। ਤੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਜਿਹੜੇ ਹਾਜ਼ਰ ਨਾਜ਼ਰ ਸਮਝਦੇ ਨੇ, ਰਤਨ ਜਵਾਹਰ ਲਾਲ ਹਰ ਕੰਠ ਤਿੰਨਾਂ ਜੜੀਆਂ। ਕੰਠ ਗਲ ਪਾਤਸ਼ਾਹ ਜੀ ਫਰਮਾਨ ਕਰਕੇ ਸਾਨੂੰ ਸਮਝਾਉਣਾ ਕਰਦੇ ਨੇ। ਕਹਿੰਦੇ ਪ੍ਰਮਾਤਮਾ ਦੇ ਗੁਣਾਨੁਵਾਦ ਉਹਨਾਂ ਦੇ ਹਿਰਦੇ ਵਿੱਚ ਪਰੋਤੇ ਰਹਿੰਦੇ ਹਨ, ਜਿਵੇਂ ਹੀਰੇ ਤੇ ਜਵਾਹਰ ਲਾਲ ਗਲ ਵਿੱਚ ਪਾਇਆ ਜਾਂਦਾ ਹੈ। ਉਹਨਾਂ ਦੇ ਗੁਣ ਜਿਹੜੇ ਨੇ ਹਿਰਦੇ ਵਿੱਚ ਪੈਦਾ ਹੋ ਜਾਂਦੇ ਨੇ। ਨਾਨਕ ਬਾਂਛੈ ਧੂੜ ਤਿੰਨ ਪ੍ਰਭ ਸਰਨੀ ਦਰ ਪੜੀਆਂ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਖੀਰਲੀਆਂ ਪੰਕਤੀਆਂ ਅੰਦਰ ਫਰਮਾਨ ਕਰਦੇ ਨੇ, ਨਾਨਕ ਉਹਨਾਂ ਸਤ ਸੰਗੀਆਂ ਦੇ ਚਰਨਾਂ ਦੀ ਧੂੜ ਮੰਗਦਾ ਹੈ, ਜਿਹੜੀਆਂ ਗੁਰਮੁਖ ਪਿਆਰੀਆਂ, ਰੱਬ ਦੀਆਂ ਪਿਆਰੀਆਂ ਆਪਣੇ ਪਤੀ ਨਾਲ ਮਿਲੀਆਂ ਹੋਈਆਂ ਨੇ, ਜਿਹੜੀਆਂ ਨਿਤ ਸਤ ਸੰਗਤ ਕਰਦੀਆਂ ਨੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਨਿਮਰਤਾ ਦੇਖ ਲਓ ਗੁਰਮੁਖ ਪਿਆਰਿਓ। ਕਹਿੰਦੇ ਮੈਨੂੰ ਉਹਨਾਂ ਦੇ ਚਰਨਾਂ ਦੀ ਧੂੜ ਦੇ ਦਿਓ, ਜਿਹੜੀਆਂ ਸਤ ਸੰਗੀ ਨੇ, ਜਿਹੜੀਆਂ ਸਤ ਸੰਗਤ ਕਰਦੀਆਂ ਨੇ। ਨਾਨਕ ਬਾਂਛੇ ਧੂੜ ਤਿੰਨ ਪ੍ਰਭ ਸਰਨੀ ਦਰ ਪੜੀਆਂ, ਜਿਹੜੀਆਂ ਉਹਦੇ ਦਰ 'ਤੇ ਨੇ, ਜਿਹੜੀਆਂ ਆਪਣੇ ਪਤੀ ਦੇ ਦਰ 'ਤੇ ਖਲੋਤੀਆਂ ਹੋਈਆਂ ਨੇ, ਜਿਹੜੀਆਂ ਆਪਣੇ ਪਤੀ ਨਾਲ ਮਿਲੀਆਂ ਹੋਈਆਂ ਨੇ। ਪਾਤਸ਼ਾਹ ਕਹਿੰਦੇ ਮੈਨੂੰ ਉਹਨਾਂ ਦੇ ਚਰਨਾਂ ਦੀ ਧੂੜ ਮਿਲ ਜਾਵੇ। ਮਗਰ ਪ੍ਰਭ ਆਰਾਧਨਾ ਬਹੁੜ ਨਾ ਜਨਮੜੀਆਂ, ਜਿਹੜੀਆਂ ਮੱਘਰ ਦੇ ਮਹੀਨੇ ਦੁਆਰਾ ਉਸ ਮਾਲਕ ਨਾਲ ਜੁੜ ਜਾਂਦੀਆਂ ਨੇ, ਉਹ ਜਨਮ ਮਰਨ ਦੇ ਗੇੜ ਤੋਂ ਛੁੱਟ ਜਾਂਦੀਆਂ ਨੇ। ਜਨਮ ਮਰਨ ਦਾ ਗੇੜ ਕੀ ਹੈ? ਕਿਤੇ ਸਮਾਂ ਬਣਿਆ ਆਪਾਂ ਫਿਰ ਇਹਦੇ ਵਿਚਾਰਨ ਦਾ ਯਤਨ ਕਰਾਂਗੇ, ਕਿਵੇਂ ਬੰਦਾ ਮਰਦਾ ਅਤੇ ਕਿਵੇਂ ਬੰਦਾ ਜੰਮਦਾ। ਇਸੇ ਲਾਈਫ ਵਿੱਚ, ਇਸੇ ਜ਼ਿੰਦਗੀ ਵਿੱਚ, ਇੰਨੀ ਕੁ ਉਮਰ ਵਿੱਚ ਲੱਖਾਂ ਵਾਰੀ ਬੰਦਾ ਮਰਦਾ ਅਤੇ ਲੱਖਾਂ ਵਾਰੀ ਬੰਦਾ ਜੰਮਦਾ ਜੇ। ਸਵਾਈਆਂ ਸੰਗਤਾਂ ਦਾ ਧੰਨਵਾਦ। ਹੋਈਆਂ ਗਲਤੀਆਂ ਦੀ ਖਿਮਾ ਕਰ ਦਿਓ।
बड़े भागां वाले हो तुसीं सत संगत करन दा आपां सारिਆਂ जणिਆਂ ਨੂੰ ਸੁਭਾਗ ਸਮਾਂ ਪ੍ਰਾਪਤ ਹੋਇਆ। गुरु की किरपा कोटन कोट धन्नवाद धन श्री गुरु ग्रंथ साहिब महाराज जी का, जिन्हां दी किरपा सदका सारा कुछ आपां नूं प्राप्त हो रहा। जो उन्हां दी किरपा ना होवे फिर कुछ भी नहीं मिल सकता। गुरमुख प्यारिओ साह साह संभालता मेरा प्रभ सोई, एक एक साह उन्हां दी किरपा दे नाल मिलदा है। जे उहदी किरपा तां सारे आपां इत्थे रल मिल के बैठे हाँ। दास ने तुहाडे कोले सेवा संभाली है गुरु साहिब जी की ते संगतां दी, क्योंकि जिथे गुरु ग्रंथ है उत्थे गुरु दीयां संगतां भी ने, पंथ भी नाल ही है। तो सतगुरु किरपा करन तुसीं भी सारे जने अरदास बेनती करियो साडे वास्ते भी असीं सही जिहड़ी सेवा है जिद्दां बनदी है मर्यादा मुताबक उदां कर सकीए, क्योंकि सारियां दी किरपा दे नाल ही है। तो किते बंदे नूं जिंदगी विच विचरदिआं चार बज्जर करैतां तो इलावा, मेरी बेनती जिहड़े पढ़े लिखे वीर ने समझदार ने, चार बज्जर करैतां तो इलावा जे जिंदगी विच, क्योंकि भुल्लण अंदर सब को भुल गुरु करतार, भुल्लां हुंदियां ने। पर नाल दी नाल मैं एक दिन अगे भी बेनती कीती सी भी जिंदगी विच एक गलती बंदे को इक्को वारी होनी चाहिए है। जदों उहनूं पता लग गया ना भी मेरी ये गलती है तो गलती दोबारा नहीं होनी चाहिए। नहीं पता गल वखरी है, जदों पता लग जाए भी मेरी गलती सीगी तो वह गलती दोबारा ना होवे। सो हो जावे तो जिवें आपां अपने घरां विच भैण भरावां नाल नहीं गल्लां करदे, मेरियां मावां मेरियां भैणां मेरियां बच्चियां मेरे वीर बजुर्ग, तो आपां जिवें अपने घरां विच अपने भरा नाल गल कर लैंदे आ, है ना, अपने बच्चों नाल गल कर लैंदे आ। तो इस तरह आपां रल मिल के गल तुसीं मेरे नाल सांझी कर सकदे हो। कोई इदां नहीं कोई गल हैगी। जिवें आपां भैण भरा एक सतगुरु जी बाणी अंदर फरमान करदे ना, जो हर की है बास नावे से भाई से सज्जण वीर एज ए ब्रदर, आपां गल कर सकदे आ भैण भरावां दी तरह। आपां किते बाणी दी भी ना समझ लगे, अर्थां दी कथा विच कोई शंका रह जावे तो शंका लैके नहीं तुरे फिरना। आपां तां भी गल सांझी कर सकदे आ। मतलब वधिया तरीके दे नाल आपां भैण भरावां दी तरह रह करके आपां सारे जने समय नूं बतीत करना। आपां सारे मुसाफर ही इत्थे। पता नहीं कदों मैनूं कल सिंगड़ी कह रही सी, कहंदी भी मेरा आखिरी आही गुरद्वारा जे, इस तो बाद मैनूं किते ना लैके जाओ जे, क्योंकि ग्रंथियां दी जिंदगी हालात ही कुछ इदां दे हो गए ने। जे सच्ची गल करदे आ तां लोग विरोध करदे ने, जे सच्ची गल नहीं करदे फिर गुरु तो बेमुख हुंदे आ। की करांगे फिर जिहदा खाने आ फिर वो सानूं घेरूगा भी भाई तू खांदा सीगा, दूजिआं नूं इन्हां नूं ते पता नहीं सी। इस करके जिहड़े कहंदी साल 2 साल लवाउणे इत्थे ही लवा लिओ, मुड़ के घर बनया होया महाराज की किरपा नाल। इहदे हुण भी कहंदे सानूं तुसीं घरे छड्ड दो, तुसीं जिथे मर्जी करी चलो। चलो सरदा नहीं है, क्योंकि जिहदे कोल 10-15 किले जमीन दे ने वो ग्रंथी बनने वास्ते तैयार नहीं है। गल नोट कर लिओ मेरी। जिहदे कोले 5 किले भी जमीन दे ने ना, वो कहंदा मैं ग्रंथी तो की लैना देना भाई, मैं लोकां दी मैं इन्हां दी मेरे को नहीं झल्लियां जाणियां लोकां दीयां गल्लां, सारियां दी रन बनने वाला काम आ सारे पिंड दा। मैं नहीं, मेरे को काम नहीं होना भाई। ये जिहदे कोल 5 बनना ही उहने है, जिहदे कोले आर्थिक होर कोई साधन नहीं हैगा। ते सारिਆਂ ਨੂੰ ਸਾਨੂੰ समझण दी लोड़ है इस चीज़ दी भी असीं जिवें साडे ग्रंथी साडे सत्कारयोग ने, तो भैण भरावां दी तरह रह करके आपां अपनी जिंदगी नूं जिहड़ा गुजारन दा यतन करिए। आईयां संगतां दा धन्नवाद। होईयां गलतियां दी खिमा कर दिओ। भुल्लां मेरियां ने, ज्ञान गुरु दा है। भुल्लां नूं वार-वार चितारन दा यतन ना करिओ, ते गुरु दे ज्ञान नूं अपने जीवन दा आधार बना लिओ, जिंदगी दा अंग बना लिओ। मैं होर एक बेनती कर देवां, पिछोकड़ मेरा गोंदवाल साहिब, दादे पड़दादे साडे उत्थे रहिंदे सीगे, जमीन साडी उत्थे सी घर-बार। उत्थों मैं वेच के घर भी हैगा, वैसे उत्थे भी हैगा। फिर असीं इत्थे अकबरपुर पिंड आ महतपुर दे नेड़े बुलंदपुरी साहिब दे लागे, उत्थे 1 कनाल जमीन मैनूं किसी गुरमुख प्यारे ने दान दित्ती सीगी। मेरे नाल रजिस्ट्री कर दी, इंतकाल सारा कुछ। उत्थे मैं अपना घर बना लिया। हुण बच्चे उत्थे ही ने, सारे प्रूफ जिहड़े साडे उत्थों दे ने, ते ड्यूटी तुहाडे कोले कर रहे हैं। 2 भचंगी ने मेरे, एक 19 सालां दा, एक जिहड़ा हुणे कीर्तन कर रहा सीगा, ये 7वीं विच पढ़दा, वो 11वीं दे विच पढ़दा। ते साडे कोले बच्ची दी दात नहीं सी मालक ने सानूं दित्ती, ते सानूं मालक ने हुण बच्ची दी दात भी दित्ती, असीं अडॉप कीती होई आ। पर मैं दस तां रहा भी कई बारी ना बंदिਆਂ ਦੇ ਮਨ ਅੰਦਰ भी ਵੱਡਾ ਕਾਕਾ ਤੇ ਬਾਬਾ ਜੀ 19 ਸਾਲਾਂ ਦਾ ਤੁਹਾਡਾ, कई ਮਨ ਅੰਦਰ बड़े ख्याल ਜਿਹੇ पैदा हो ਜਾਂਦੇ ਨੇ ਬੰਦਿਆਂ ਦੇ। मैं ਤਾਂ दस रहा तो ये फिर सतगुਰਾਂ ने सानू ये दात दित्ती है। ਅਸੀਂ बहुत प्यार करते हैं सारा परिवार।
मैं कदी अपनी जिंदगी विच अपने बच्चों का जन्मदिन नहीं सी कदी भी मनाया, अपनी जिंदगी विच अपनी लाइफ विच अपने बच्चों का भी नहीं मनाया सीगा। ते असीं पिछले साल इहदा जरूर मनाया भी सानू इहदा चाह ही इन्ना सी बच्ची दा, सानू इहदा बहुत ज़्यादा प्यार सी, सानू इहदा चाह ही इन्ना सीगा। मालक ने किरपा कीती है, सानू दात ये भी मिली है, 2 भचंगी ने 1 बच्ची है। आईयां संगतां दा धन्नवाद। उदां बच्चे मेरे कोले तकरीबन 18-19 बच्चे उदां भी मेरे कोले ने। हुण मैं लॉकडाउन दे विच बच्चे भेजे सीगे घरों घरी, जिहड़े बच्चे लोड़वंद ने, किसी का माँ प्यो है नहीं, तो 3 क बच्चे तो मेरे को इदां दे ने जिन्हां दा माता पिता है नहीं है। एक वो मेरे कोले हुण भी हैगा बच्चा जिहदा माँ डैडी जिहड़ा सीगा पिता पानी लाउण वास्ते बाहर गया, उत्थे उहनूं करंट पै गया तो मर गया, तो माँ जिहड़ी सीगी उहनूं छड्ड के चले गई। तो असीं तो जिन्होंने दसदे फिर इहो कहने भी माता पिता ही मर गया सीगा, ते दादी बजुर्ग सी, दादी उहनूं मेरे कोले छड्ड गई। तो वो बच्चा साडे कोले अज भी मौजूद है। तो इस तरह के बच्चे जिहड़े ने असीं उन्हां दी भी नाल दी नाल संगतां दे संयोग दे नाल जिहड़ी सेवा कर रहे हैं। आईयां संगतां दा धन्नवाद, होईयां गलतियां दी खिमा। सतगुरां दे चरनां विच झुकाओ सीस, बुलाओ फतेह, आखो जी वाहिगुरू जी का खालसा वाहिगुरू जी की फतेह।